ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾ ਹਿਰਦੈ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ। ਗੁਰੂ ਅਰਜਨ ਬਿਗਨ ਕੇ ਨਾਸਕ ਬਿਗਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਹੁਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਲਾਤ ਪ੍ਰਹਾਰ ਪਰੇ ਪਰ ਕਰਹੀ। ਹਤਿਓ ਦੁਸ਼ਟ ਬਡ ਬਾਗ ਉਚਰਹੀ। ਮੁਰਸ਼ਤ ਪਰਿਓ ਸੁਨਿਓ ਇਮ ਜਬੈ। ਦਇਓ ਹੁਕਮ ਗੁਰ ਹਤਹੁ ਨਾ ਅਬੈ। ਲਾਤ ਪ੍ਰਹਾਰ ਪਰੇ ਪਰ ਕਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਸਤਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ। ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਮੀਰੀ ਪੀਰੀ ਦੇ ਮਾਲਕ ਧਰਮਵੀਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਾਵਨ ਜੀਵਨ ਇਤਿਹਾਸ ਦੀ ਕਥਾ
ਆਪ ਜੀ ਸਰਵਣ ਕਰਦੇ ਹੋ। ਸਤਿਗੁਰੂ ਜੀ ਦਾ ਕੀਤਾ ਹੋਇਆ ਪਰਉਪਕਾਰ, ਕੌਮ ਨੂੰ ਬਖਸ਼ਿਆ ਹੋਇਆ ਸਵੈਮਾਨ ਦੇਗ ਤੇ ਤੇਗ ਜੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਘਰ ਦੇ ਅੰਦਰ ਸੰਤ ਤੇ ਸਿਪਾਹੀ ਦੀ ਜੋ ਬਖਸ਼ਿਸ਼ ਕੀਤੀ, ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਤਖਤ, ਰਾਜ ਯੋਗ ਤਖਤ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਜਸੀ ਚਿੰਨ੍ਹ ਜਿਹੜੇ ਸੀ ਹਜ਼ੂਰ ਨੇ ਪ੍ਰਗਟ ਕੀਤੇ। ਸੱਚੇ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਤੇਗੇ ਧਾਰਨ ਕਰਕੇ ਹਜ਼ੂਰ ਨੇ ਤਖਤ ਤੇ ਬਿਰਾਜਣਾ ਕੀਤਾ। ਸਤਿਗੁਰਾਂ ਦੀਆਂ ਜੋ ਨਿਸ਼ਾਨੀਆਂ ਸਨ, ਮਾਲਾ ਸੀ, ਸੱਚੇ ਪਾਤਸ਼ਾਹ ਜੀ ਨੇ ਮੰਜੀ ਸਾਹਿਬ ਨੂੰ ਨਮਸਕਾਰ ਕੀਤੀ। ਆਖਿਆ ਬਾਬਾ ਬੁੱਢਾ ਸਾਹਿਬ ਜੀ, ਇਹ ਵੱਡਿਆਂ ਸਤਿਗੁਰਾਂ ਦੀ ਨਿਸ਼ਾਨੀ ਜਾਣ ਕੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿਓ। ਹੁਣ ਆਪਾਂ ਤਖਤ ਤੇ ਸ਼ਸਤਰ ਧਾਰਨ ਕਰਕੇ ਬੈਠਾਂਗੇ। ਸੱਚੇ ਪਾਤਸ਼ਾਹ ਕਾਇਰਤਾ ਨੂੰ ਨਾਸ਼ ਕਰਨ ਲਈ ਨੱਥਾ ਅਬਦੁੱਲਾ ਨੂੰ ਢਾਡੀ ਵਾਰਾਂ ਗਾਇਨ ਕਰਨ ਦੀ ਆਗਿਆ ਕੀਤੀ। ਸੂਰਬੀਰਾਂ ਦੇ ਪ੍ਰਸੰਗ ਮਹਾਰਾਜ ਦੇ ਹਜ਼ੂਰ ਪੜ੍ਹੇ ਜਾਣ ਲੱਗੇ। ਸੁੱਤੀ ਹੋਈ ਸੂਰਮਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਾ ਦਿੱਤੀ। ਸ਼ਸਤਰ ਵਿਦਿਆ ਦਾ ਜਿੱਥੇ ਹਜ਼ੂਰ ਆਪ ਅਭਿਆਸ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਇਆ ਕਰਦੇ। ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਮੁਖੀ ਵਿਦਿਆ ਪੜ੍ਹਾਉਣ ਦੀ ਸੇਵਾ ਕੀਤੀ, ਅੰਮ੍ਰਿਤਸਰ ਸਾਹਿਬ ਲੈ ਕੇ ਆਏ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਸ ਸਮੇਂ ਕਿਹਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ, ਸਾਡੇ ਸਾਹਿਬਜ਼ਾਦੇ ਉੱਤੇ ਇੱਕ ਹੋਰ ਉਪਕਾਰ ਕਰੋ। ਬੜੀ ਨਿਮਰਤਾ ਨਾਲ ਹੱਥ ਜੋੜ ਕੇ ਆਖਿਆ, ਮਹਾਰਾਜ ਅਸੀਂ ਤਾਂ ਆਪ ਜੀ ਦੇ ਦਰ ਦੇ ਕੂਕਰ ਹਾਂ, ਸੇਵਕ ਹਾਂ। ਸੱਚੇ ਪਾਤਸ਼ਾਹ, ਆਪ ਜੀ ਦਾ ਬਿਰਦ ਹੈ ਕਿ ਆਪ ਸੇਵਕ ਨੂੰ ਮਾਣ ਦਿੰਦੇ ਹੋ, ਵਡਿਆਈ ਦਿੰਦੇ ਹੋ। ਸੱਚੇ ਪਾਤਸ਼ਾਹ, ਅਸੀਂ ਆਪ ਦੇ ਸਾਹਿਬਜ਼ਾਦੇ ਉੱਤੇ ਜੋ ਤੁਹਾਡੀ ਜੋਤ ਨੇ ਉਹਨਾਂ ਦਾ, ਸੱਚੇ ਪਾਤਸ਼ਾਹ ਅਸੀਂ ਉਹਨਾਂ ਉੱਪਰ ਕੀ ਉਪਕਾਰ ਕਰ ਸਕਦੇ ਹਾਂ। ਹਜ਼ੂਰ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਜੋ ਤੁਸੀਂ ਦੇ ਸਕਦੇ ਹੋ ਕੋਈ ਹੋਰ ਨਹੀਂ ਦੇ ਸਕਦਾ। ਆਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਨੰਨ ਸੇਵਕ ਹੋ। ਸਾਡੇ ਸਾਹਿਬਜ਼ਾਦੇ ਨੂੰ ਸ਼ਸਤਰ ਵਿਦਿਆ ਬਖਸ਼ਿਸ਼ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਹਜ਼ੂਰ ਦੇ ਆਗਿਆ ਕਰਨ ਤੋਂ ਬੜੀ ਨਿਮਰਤਾ ਸਹਿਤ ਆਖਿਆ, ਮਹਾਰਾਜ ਆਪ ਦੇ ਸਾਹਿਬਜ਼ਾਦੇ ਆਪ ਜੀ ਦਾ ਰੂਪ ਨੇ, ਆਪ ਜੀ ਸੇਵਕ ਨੂੰ ਵਡਿਆਈ ਦਿੰਦੇ ਹੋ, ਮਾਣ ਬਖਸ਼ਦੇ। ਤਾਂ ਫਿਰ ਬਾਬਾ ਬੁੱਢਾ ਸਾਹਿਬ ਨੇ ਆਖਿਆ ਹਰਗੋਬਿੰਦ ਸਾਹਿਬ ਜੀ ਨੂੰ ਕਿ ਜਿਹੜਾ ਵੀ ਸ਼ਸਤਰ ਆਪ ਆਪਣੇ ਕਰ ਕਮਲਾਂ ਵਿੱਚ ਪਕੜੋਗੇ, ਉਹਦੇ ਚਲਾਉਣ ਦੀ ਵਿੱਦਿਆ ਆਪਣੇ ਆਪ ਤੁਹਾਡੇ ਅੰਦਰ ਸੰਪੂਰਨ ਹੋਵੇਗੀ। ਏਡਾ ਵੱਡਾ ਵਰਦਾਨ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਇਹ ਗੁਰੂ ਘਰ ਦੀ ਵੱਡੀ ਵਡਿਆਈ ਹੈ। ਸਭ ਕੁਝ ਸਮਰੱਥ ਹੁੰਦਿਆਂ ਹੋਇਆਂ ਵੀ ਮਹਾਰਾਜ ਜੀ ਆਪਣੇ ਸੇਵਕ ਦੀ ਵਡਿਆਈ ਵੱਡੀ ਕਰਦੇ ਹੈ। ਸਤਿਗੁਰਾਂ ਜੀ ਦਾ ਜੋ ਪਾਵਨ ਇਤਿਹਾਸ ਸੁਣਨਾ, ਇਹ ਮਹਾਰਾਜ ਜੀ ਦੇ ਦਰਸ਼ਨ ਹਨ ਜੋ ਆਪਾਂ ਸਰਵਣ ਦਰਸ਼ਨ ਕਰਦੇ ਹਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਇਹ ਦਰਸ਼ਨ ਮਨ ਤੋਂ ਕਈ ਪ੍ਰਕਾਰ ਦੇ ਬੋਝ ਲਾ ਦਿੰਦਾ ਹੈ। ਜੀਵਨ ਦੇ ਜਿਉਣ ਦੀ ਜੁਗਤ ਮਿਲਦੀ ਹੈ। ਭਾਵੇਂ ਕਿ ਜਦੋਂ ਆਪਾਂ ਗੁਰਬਾਣੀ ਦੀ ਕਥਾ ਸੁਣਦੇ ਹਾਂ ਨਾ, ਅੰਮ੍ਰਿਤ ਵੇਲੇ ਜੋ ਆਦਿ ਕਾਲ ਤੋਂ ਮਰਿਆਦਾ ਹੈ ਗੁਰੂ ਘਰ ਦੀ, ਜਦੋਂ ਸਤਿਗੁਰੂ ਜੀ ਦਾ ਪਾਵਨ ਦਰਬਾਰ ਸਜਦਾ ਹੈ, ਫਿਰ ਕੀਰਤਨ ਹੁੰਦਾ ਹੈ। ਜਦੋਂ ਕੀਰਤਨ ਦਾ ਭੋਗ ਪੈਂਦਾ ਹੈ, ਸਤਿਗੁਰਾਂ ਜੀ ਦੇ ਹਜ਼ੂਰ ਤੁਰ ਕੀ ਬਾਣੀ ਦੀ ਕਥਾ ਹੁੰਦੀ ਹੈ।
ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੈ। ਜਿਵੇਂ ਸੰਗਤਾਂ ਦੀ ਮੰਗ ਹੋਵੇ, ਸ਼ਾਮ ਨੂੰ ਵੀ ਗੁਰਬਾਣੀ ਦੀ ਕਥਾ ਤਾਂ ਹੁੰਦੀ ਹੈ, ਨਹੀਂ ਕਿ ਕਰ ਨਹੀਂ ਸਕਦੇ। ਸੰਗਤਾਂ ਇੱਛਾ ਕਰਨ ਤਾਂ ਗੁਰਬਾਣੀ ਦੀ ਕਥਾ ਸ਼ਾਮ ਨੂੰ ਵੀ ਮਹਾਰਾਜ ਜੀ ਦੇ ਅਸਥਾਨਾਂ 'ਤੇ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਲੜੀਵਾਰ ਚੱਲ ਰਿਹਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੋਣ ਕਰਕੇ ਇਤਿਹਾਸ ਵੀ ਮਹਾਰਾਜ ਜੀ ਦੇ ਜੀਵਨ ਵਿੱਚ ਚੱਲ ਰਿਹਾ। ਇਸ ਕਰਕੇ ਮਨ ਦਾ ਖਿਆਲ ਹੋਇਆ ਕਿ ਇਹ ਕਥਾ ਹੀ ਅੱਗੇ ਜਿਹੜੀ ਆ ਉਹ ਲੜੀਵਾਰ ਚਾਲੂ ਰੱਖੀ ਜਾਵੇ। ਭਾਵੇਂ ਕਿ ਗਿਆਨੀ ਭਾਈ ਸਤਬੀਰ ਸਿੰਘ ਜੀ ਗੁਰਮੁਖ ਪਿਆਰੇ ਆਪ ਜੀ ਨੂੰ ਇਸ ਅਸਥਾਨ 'ਤੇ ਲੜੀਵਾਰ ਕਥਾ ਸਰਵਣ ਕਰਵਾਉਂਦੇ ਹੈ। ਵਿਸ਼ੇਸ਼ ਇਹ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਨੂੰ ਸਮਰਪਿਤ ਦੀਵਾਨ ਸਜਾਏ ਗਏ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜ਼ੂਰ ਜਦੋਂ ਚੰਦੂ ਨੂੰ ਪਕੜ ਲਿਆਏ ਹੈ ਅਤੇ ਭਾਈ ਜੇਠਾ ਜੀ ਨੇ ਸਾਰੇ ਦਿੱਲੀ ਨਿਵਾਸੀ ਸਿੱਖਾਂ ਨੂੰ ਆਖਿਆ, ਸਿੱਖੋ ਜਿਨ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਲੈਣੀ ਹੈ, ਆਓ ਚੰਦੂ ਦੇ ਸਿਰ ਵਿੱਚ ਜੁੱਤੀਆਂ ਦੀ ਮਾਰ ਕਰੋ। ਬੜੇ ਚਾਅ ਨਾਲ ਕਈ ਲੋਕ ਵੇਖਣ ਆਏ ਕਿ ਸੱਚਮੁੱਚ ਹੀ ਬਾਦਸ਼ਾਹ ਦਾ ਦੀਵਾਨ ਪਕੜ ਲਿਆ। ਯਕੀਨ ਨਹੀਂ ਸੀ ਆਉਂਦਾ, ਕਿਉਂਕਿ ਬੜਾ ਪ੍ਰਤਾਪ ਸੀ ਉਸ ਦਾ। ਸੁਖ ਪਾਲਕੀਆਂ ਵਿੱਚ ਨਿਕਲਦਾ ਸੀ, ਆਮ ਲੋਕ ਲਾਗੇ ਨਹੀਂ ਸੀ ਜਾ ਸਕਦੇ। ਬੜਾ ਹੁਕਮ ਚਲਾਉਂਦਾ ਸੀ, ਹਕੂਮਤ ਦੇ ਨਸ਼ੇ ਵਿੱਚ ਚੂਰ ਰਹਿੰਦਾ ਸੀ। ਅੰਗ ਰੱਖਿਅਕ ਕੋਲ ਰਹਿੰਦੇ ਸਨ, ਕੋਈ ਰਿਆਇਆ ਦਾ ਮਨੁੱਖ ਲਾਗੇ ਨਹੀਂ ਸੀ ਜਾ ਸਕਦਾ। ਉਹ ਬੜੇ ਹੈਰਾਨ ਹੋਏ ਸੁਣ ਕੇ ਅਤੇ ਵੇਖਣ ਵਾਸਤੇ ਆਉਣ ਲੱਗੇ। ਕਈ ਬਾਦਸ਼ਾਹ ਦਾ ਦੀਵਾਨ ਜਾਣ ਕੇ ਡਰਦੇ ਆ, ਜੁੱਤੀ ਮਾਰਨਾ ਤਾਂ ਚਾਹੁੰਦੇ ਆ ਪਰ ਲੁਕਾ ਕੇ ਪਿੱਛੋਂ ਦੀ ਆ ਕੇ ਮਾਰਦੇ ਆ। ਭਾਈ ਜੇਠਾ ਜੀ ਕਹਿੰਦੇ ਆ, ਇਹ ਤੋਂ ਕਾਹਦਾ ਡਰਨਾ, ਇਹ ਗੁਰੂ ਘਰ ਦਾ ਵੈਰੀ ਪਕੜਿਆ ਗਿਆ ਏ। ਆਓ ਜਿਨ ਖੁਸ਼ੀ ਲੈਣੀ ਹੈ ਗੁਰੂ ਨਾਨਕ ਸਾਹਿਬ ਦੀ, ਇਹਦੇ ਸਿਰ ਵਿੱਚ ਮਾਰੋ ਜੁੱਤੀਆਂ। ਬਹੁਤ ਸਾਰੀਆਂ ਜੁੱਤੀਆਂ ਦੀ ਮਾਰ ਹੋਈ। ਧੂੜ ਖੇ ਸਵਾਹ ਭਰ ਕੇ ਬੁੱਕ ਸਿੱਖਾਂ ਨੇ ਸਿਰ ਵਿੱਚ ਪਾ ਦਿੱਤੇ। ਕੋਈ ਮੂੰਹ 'ਤੇ ਜੁੱਤੀਆਂ ਮਾਰਦਾ ਹੈ ਕਿ ਤੂੰ ਇਸੇ ਮੂੰਹ ਨਾਲ ਕਿਹਾ ਸੀ ਨਾ ਕਿ ਗੁਰੂ ਨਾਨਕ ਸਾਹਿਬ ਦਾ ਘਰ ਮੋਰੀ ਹੈ। ਤੂੰ ਆਪਣੇ ਆਪ ਨੂੰ ਬੜਾ ਉੱਚਾ ਚੁਬਾਰਾ ਸਮਝਦਾ ਸੀ। ਕੀ ਹੈ ਤੇਰੀ ਬਾਦਸ਼ਾਹ ਦੀ ਦੀਵਾਨੀ? ਉਹ ਕਿੱਥੇ ਗਿਆ ਤੇਰਾ ਦੀਵਾਨ ਪੁਣਾ ਹੁਣ, ਜੋ ਸਾਰੀ ਕਾਇਨਾਤ ਮਾਲਕ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਗੁਰਿਆਈ ਤਖਤ ਨੂੰ ਤੂੰ ਨੀਵਾਂ ਦਿਖਾਇਆ ਅਤੇ ਜਹਾਂਗੀਰ ਦਾ ਦੀਵਾਨ ਹੋਣਾ ਤੂੰ ਬੜਾ ਆਪਣੇ ਆਪ ਨੂੰ ਉੱਚਾ ਸਮਝਿਆ। ਸਿੱਖਾਂ ਦੇ ਇਹ ਮਨ ਦੀ ਭਾਵਨਾ ਹੀ ਜਾਣੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੂਰੀ ਕਰ ਦਿੱਤੀ ਸੱਚੇ ਪਾਤਸ਼ਾਹ ਨੇ। ਵੱਜਿਆ ਹੋਇਆ ਚੰਦੂ ਵੇਖ ਕੇ ਸਿੱਖ ਗੱਲਾਂ ਕਰਦੇ ਹੈ, ਜੇ ਇਉਂ ਹੀ ਕਿਤੇ ਪਾਪੀ ਮਰ ਜਾਂਦਾ ਤੇ ਫਿਰ ਗੁਰੂ ਘਰ ਦੀ ਲਹਾਈ ਹੋ ਜਾਣੀ ਸੀ। ਇਹ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਵੱਡੀ ਪੱਤ ਰੱਖ ਲਈ ਸਿੱਖਾਂ ਦੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਸਿਰ ਉੱਚਾ ਕਰ ਦਿੱਤਾ ਸਤਿਗੁਰਾਂ ਜੀ ਨੇ। ਸਿੱਖ ਬੜਾ ਮਾਣ ਕਰਦੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਆਪ ਧੰਨ ਹੋ, ਕਿਉਂਕਿ ਵਿਸ਼ੇਸ਼ ਕਰਕੇ ਦਿੱਲੀ ਦੇ ਸਿੱਖ ਇਸ ਗੱਲ 'ਤੇ ਬੜਾ ਝੋਰਾ ਕਰਦੇ ਸੀ ਕਿ ਮਹਾਰਾਜ ਨੂੰ ਅਸੀਂ ਹੀ ਬੇਨਤੀ ਘੱਲੀ ਸੀ, ਸ਼ਾਇਦ ਇਹ ਗੱਲ ਨਾ ਹੀ ਹੁੰਦੀ। ਪਰ ਸਿੱਖਾਂ ਨੂੰ ਜਿਹੜਾ ਹੋਵੇ ਸਿੱਖ ਜਿਹਦੇ ਮਨ ਦੇ ਅੰਦਰ ਸ਼ਰਧਾ ਹੋਵੇ ਗੁਰੂ ਜੀ ਦੇ ਪ੍ਰਤੀ, ਉਹ ਆਪਣੇ ਆਪ ਦੇ ਉੱਤੇ ਤਾਂ ਹਰੇਕ ਪ੍ਰਕਾਰ ਦਾ ਖੇਦ ਸਹਾਰ ਲੈਂਦਾ, ਪਰ ਜਿਹੜਾ ਸਿੱਖੀ ਪਿਆਰ ਹੈ ਨਾ ਅੰਦਰ, ਗੁਰੂ ਨਿੰਦਾ ਨਹੀਂ ਸਿੱਖ ਕੋਲੋਂ ਬਰਦਾਸ਼ਤ ਹੁੰਦੀ। ਦਿੱਲੀ ਦੇ ਸਿੱਖਾਂ ਨੂੰ ਇਹ ਗਵਾਰਾ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਕੋਈ ਮੋਰੀ ਆਖੇ ਅਤੇ ਆਪਣੇ ਆਪ ਨੂੰ ਇਹ ਟਕੇ ਦਾ ਦੀਵਾਨ ਜਿਹੜਾ ਹੈ ਚੁਬਾਰੇ ਦੀ ਨਿਆਈ ਵੱਡਾ ਆਖੇ। ਸਤਿਗੁਰਾਂ ਜੀ ਦੇ ਕੋਲ ਪੱਤਰ ਦਿੱਲੀ ਦੇ ਸਿੱਖਾਂ ਹੀ ਭੇਜਿਆ ਸੀਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇਹ ਸਜ਼ਾ ਦਿੱਤੀ ਹੈ ਚੰਦੂ ਨੂੰ, ਸਿੱਖਾਂ ਦੇ ਮਨ ਦੀਆਂ ਮਹਾਰਾਜ ਭਾਵਨਾ ਪੂਰੀਆਂ ਕੀਤੀਆਂ। ਭਾਈ ਜੇਠਾ ਜੀ ਬਾਜ਼ਾਰਾਂ ਦੇ ਵਿੱਚ ਦੀ ਫੇਰਦੇ ਹੋਏ
ਇਸ ਚੰਦੂ ਨੂੰ ਜੁੱਤੀਆਂ ਦੀ ਮਾਰ ਕਰਾਉਂਦੇ ਬੜਾ ਹਾਏ ਹਾਏ ਕਰਲਾਉਂਦਾ ਹੈ, ਬੜੀਆਂ ਚੀਕਾਂ ਮਾਰਦਾ ਹੈ। ਜਦੋਂ ਜਿੱਥੇ ਪੜਾਅ ਪਿਆ ਹੋਇਆ ਲੈ ਕੇ ਆਏ ਹੈ, ਹਜ਼ੂਰ ਨੇ ਆਖਿਆ ਜਿੱਥੇ ਘੋੜਿਆਂ ਦਾ ਤਬੇਲਾ ਹੈ, ਪਿਛਲੇ ਪਾਸੇ ਜਿੱਥੇ ਕੁੱਤੇ ਬੰਨੇ ਜਾਂਦੇ ਆ, ਉਹਨਾਂ ਕੁੱਤਿਆਂ ਵਿੱਚ ਇਸ ਇੱਕ ਕਿੱਲਾ ਗੱਡ ਦਿਓ ਅਤੇ ਉੱਥੇ ਇਸ ਨੂੰ ਬੰਨਣਾ ਕਰੋ। ਕਿਉਂਕਿ ਇਨ ਜੋ ਵਾਕ ਕਹੇ ਸੀ ਨਾ, ਗੁਰੂ ਸਾਹਿਬ ਅੰਤਰਜਾਮੀ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਕਹਿੰਦਾ ਸੀ ਕਿ ਤੁਸਾਂ ਮੈਨੂੰ ਕੁੱਤਾ ਕਿਹਾ ਅਤੇ ਮੈਂ ਹੁਣ ਕੁੱਤਾ ਬਣ ਕੇ ਤੁਹਾਡੇ ਮਗਰ ਚਿੰਬੜ ਜਾਵਾਂਗਾ। ਮਹਾਰਾਜ ਜੀ ਨੂੰ ਕਹਿੰਦਾ ਸੀ ਕੁੱਤਾ ਬਣ ਕੇ ਪਿੱਛੇ ਚਿੰਬੜਾਂਗਾ, ਇਹੋ ਜਿਹੀਆਂ ਸਜ਼ਾਵਾਂ ਦੇਵਾਂਗਾ। ਮਹਾਰਾਜ ਜੀ ਨੇ ਹੁਣ ਉਹੋ ਹੀ ਵਾਕ ਫਿਰ ਪੂਰੇ ਕੀਤੇ ਹੈ ਕਿ ਤੈਨੂੰ ਕੁੱਤਿਆਂ ਵਾਂਗ ਹੀ ਬੰਨ੍ਹ ਕੇ ਰੱਖਾਂਗੇ। ਸਤਿਗੁਰੂ ਜੀ ਕਹਿੰਦੇ ਜਿਵੇਂ ਕੁੱਤਿਆਂ ਨੂੰ ਭੋਜਨ ਪਾਈਦਾ ਨਾ, ਇਵੇਂ ਇੱਕ ਦੌਰੀ ਇਹਦੇ ਵਾਸਤੇ ਵੀ ਰੱਖ ਦਿਓ, ਉਹਦੇ 'ਚ ਹੀ ਪਾਣੀ ਪਾਇਆ ਕਰੋ ਅਤੇ ਉਹਦੇ 'ਚ ਹੀ ਇਹਨੂੰ ਜੋ ਪ੍ਰਸ਼ਾਦਾ ਪਾਣੀ ਉਸ ਦੌਰੀ 'ਚ ਹੀ ਦਿਆ ਕਰੋ। ਕੁੱਤਿਆਂ ਦੇ ਵਿੱਚ ਹੀ ਬੰਨ੍ਹ ਦਿੱਤਾ ਅਤੇ ਇਉਂ ਜਦੋਂ ਸਵੇਰ ਅਗਲੀ ਹੋਈ ਅਤੇ ਜਿਵੇਂ ਲੋਕ ਹੋਰ ਵੇਖਣ ਨੂੰ ਆਉਣ ਲੱਗੇ ਕਿ ਜਿਨ ਸੁਣਿਆ ਹੀ ਸੀਗਾ, ਅਤੇ ਉਹਨਾਂ ਦੇ ਮਨ ਵਿੱਚ ਵੀ ਆਇਆ ਕਿ ਵੇਖੀਏ ਤਾਂ ਸਹੀ, ਮਹਾਰਾਜ ਨੇ ਸੱਚਮੁੱਚ ਹੀ ਦੀਵਾਨ ਪਕੜਿਆ ਹੋਇਆ। ਜਦੋਂ ਵੇਖਦੇ ਹੈ, ਵੇਖ ਵੇਖ ਕੇ ਲੋਕ ਹੈਰਾਨ ਹੁੰਦੇ ਹੈ ਕਿ ਮਹਾਰਾਜ ਜੀ ਨੇ ਏਡਾ ਵੱਡਾ ਦੀਵਾਨ ਅਤੇ ਕੁੱਤਿਆਂ ਵਿੱਚ ਬੰਨ੍ਹਿਆ ਹੋਇਆ। ਫਿਰ ਵਡਿਆਈ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਸਾਰ ਦੇ ਜੀਆਂ ਨੂੰ ਪਤਾ ਲੱਗੀ ਹੈ। ਸਤਿਗੁਰਾਂ ਨੇ ਸਾਰਾ ਮਾਣ ਗਵਾਤਾ ਉਸ ਦਾ। ਜਦੋਂ ਸਿੱਖ ਜਿਹੜੇ ਰਹਿ ਗਏ ਸੀ ਉਹ ਆਉਂਦੇ ਹੈ ਕਿ ਅਸੀਂ ਤਾਂ ਭਾਈ ਜੁੱਤੀਆਂ ਮਾਰੀਆਂ ਨਹੀਂ, ਉਹ ਫਿਰ ਆ ਕੇ ਅਗਲੇ ਦਿਨ ਚੜ੍ਹੇ ਚੰਦੂ ਨੂੰ ਜੁੱਤੀਆਂ ਦੀ ਮਾਰ ਕਰਨ ਲੱਗੇ। ਇਸ ਤਰ੍ਹਾਂ ਇੱਥੋਂ ਤੱਕ ਇਤਿਹਾਸ ਆਪਾਂ ਸਰਵਣ ਕੀਤਾ ਸੀਗਾ। ਅੱਗੇ ਜਿਵੇਂ ਇਤਿਹਾਸ ਆ ਰਿਹਾ, ਆਓ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਲਾਤ ਪ੍ਰਹਾਰ ਪਰੇ ਪਰ ਕਰਹੀ। ਇਉਂ ਡਿੱਗ ਪਿਆ ਚੰਦੂ। ਡਿੱਗੇ ਹੋਏ ਦੇ ਉੱਤੇ ਨਾ ਲੱਤਾਂ ਮਾਰਦੇ ਹਨ ਸਿੱਖ। ਹਤਿਓ ਦੁਸ਼ਟ ਵੱਡ ਬਾਕ ਉਚਰਹੀ। ਇਉਂ ਆਪਣੇ ਮੁਖ ਤੋਂ ਕਹਿੰਦੇ ਆ ਦੁਸ਼ਟ ਵੱਡਾ ਪਾਪੀ ਜਾਪਦਾ ਮਾਰਿਆ ਗਿਆ ਏ। ਜਦੋਂ ਬੇਹੋਸ਼ ਹੋ ਗਿਆ ਨਾ ਚੰਦੂ, ਜੁੱਤੀਆਂ ਖਾ ਖਾ ਕੇ ਮੂੰਹ ਵੀ ਸੁੱਜ ਗਿਆ, ਬੁੱਲ ਵੀ ਸੁੱਜ ਗਏ, ਮੱਥਾ ਸੁੱਜ ਗਿਆ, ਸਿਰ ਦਾ ਤਾਲੂ ਵੀ ਸੁੱਜ ਗਿਆ ਸਾਰਾ, ਅਤੇ ਇਉਂ ਬੇਹੋਸ਼ ਹੋ ਗਿਆ। ਜਦੋਂ ਸਿੱਖ ਕਹਿੰਦੇ ਲੱਗਦਾ ਜੁੱਤੀਆਂ ਖਾ ਕੇ ਮਰ ਗਿਆ ਏ। ਮੁਰਸ਼ਦ ਪਰਿਓ ਸੁਣਿਓ ਇਮ ਜਬੈ। ਜਦੋਂ ਸਤਿਗੁਰਾਂ ਜੀ ਨੇ ਸੁਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਇਹ ਮੂਰਛਿਤ ਹੋ ਗਿਆ, ਬੇਹੋਸ਼ ਹੋ ਗਿਆ ਚੰਦੂ ਜੁੱਤੀਆਂ ਖਾ ਕੇ। ਦਇਓ ਹੁਕਮ ਗੁਰ ਹਤਹੁ ਨਾ ਅਬੈ। ਸੱਚੇ ਪਾਤਸ਼ਾਹ ਜੀ ਨੇ ਫਿਰ ਹੁਕਮ ਦਿੱਤਾ ਸਿੱਖਾਂ ਨੂੰ ਕਿ ਸਿੱਖੋ ਇਹਨੂੰ ਅਜੇ ਮਾਰਿਓ ਨਾ ਕਿਤੇ, ਇਹ ਨਾ ਹੋਏ ਕਿ ਇੱਥੇ ਹੀ ਮਰ ਜਾਵੇ। ਕਿਉਂਕਿ ਸਤਿਗੁਰੂ ਜੀ ਲਾਹੌਰ ਦੇ ਸਿੱਖਾਂ ਦੀ ਵੀ ਭਾਵਨਾ ਪੂਰੀ ਕਰਨਾ ਚਾਹੁੰਦੇ ਆ ਗਰੀਬ ਨਵਾਜ਼। ਮਹਾਰਾਜ ਕਹਿੰਦੇ ਵੇਖਿਓ ਸਿੱਖੋ ਕਿਤੇ ਇਹਨੂੰ ਜਾਨੋਂ ਨਾ ਮਾਰ ਦਿਓ। ਮਰੇ ਨਹੀਂ ਜੀਵਤ ਇਸ ਰਾਖੋ। ਇਹਨੂੰ ਜਿਉਂਦਾ ਰੱਖਣਾ ਅਸੀਂ, ਕਿਤੇ ਇਹਨੂੰ ਅਜੇ ਅਸੀਂ ਜਿਉਂਦਾ ਰੱਖਣਾ ਏ। ਬਹੁ ਪੁਰ ਮਹਿ ਫੇਰਨ ਅਬਲਾਖਾਂ। ਕਿਉਂਕਿ ਸਾਡੀ ਇੱਛਾ ਹੈ ਅਸੀਂ ਬਹੁਤ ਸ਼ਹਿਰਾਂ ਨਗਰਾਂ ਵਿੱਚ ਇਸ ਨੂੰ ਫੇਰਨਾ। ਦੇਖ ਲਓ ਸਤਿਗੁਰੂ ਜੀ ਦਿੱਲੀ ਤੋਂ ਪੜਾਅ ਦਰ ਪੜਾਅ ਅੰਮ੍ਰਿਤਸਰ ਸਾਹਿਬ ਆਏ। ਜਿਹੜੇ ਜਿਹੜੇ ਨਗਰ ਸ਼ਹਿਰ ਰਸਤੇ ਵਿੱਚ ਆਏ, ਭਾਰਤ ਵਰਸ਼ ਦੇ ਆਵਾਮ ਨੇ ਵੇਖਿਆ ਫਿਰ ਚੰਦੂ ਨੂੰ ਕਿ ਜਿਹੜਾ ਹਕੂਮਤ ਦੇ ਨਸ਼ੇ ਵਿੱਚ ਕੀ ਕੀ ਕਰਦਾ ਸੀਗਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਮਾਰਨ ਵਾਸਤੇ ਸੁਲਹੀ ਖਾਨ ਚੜ੍ਹਾਇਆ, ਸੁਲੱਭੀ ਨੂੰ ਚੜ੍ਹਾਇਆ, ਕੀ ਕੀ ਯਤਨ ਨਹੀਂ ਇਸ ਨੇ ਕੀਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਦੀਵਾਨ ਚੰਦੂ ਪਕੜ ਲਿਆਏ। ਹੁਣ ਮਹਾਰਾਜ ਕਹਿੰਦੇ ਸਾਡੀ ਇੱਛਾ ਸਿੱਖੋ ਇਹਨੂੰ ਇੱਥੇ ਨਹੀਂ ਮਾਰਨਾ,
ਇਹਨੂੰ ਨਗਰਾਂ ਨਗਰਾਂ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਫੇਰਦੇ ਹੋਏ ਲਿਜਾਵਾਂਗੇ। ਸਵਾਨਨ ਸਾਥ ਦੇਹੋ ਤਿਹ ਖਾਨਾ। ਇਹਨੂੰ ਕੁੱਤਿਆਂ ਵਿੱਚ ਬੰਨ੍ਹ ਕਰਕੇ ਹੀ ਕੁੱਤਿਆਂ ਦੇ ਨਾਲ ਹੀ ਭੋਜਨ ਪਾਉਣਾ ਕਰੋ। ਰਾਖ ਬਚਾਵਹੁ ਤਨ ਮਹਿ ਪ੍ਰਾਨਾ। ਇਹਦੇ ਤਨ ਸਰੀਰ ਦੇ ਅੰਦਰ ਪ੍ਰਾਣ ਜਿਹੜੇ ਆ ਨਾ ਉਹ ਬਚਾ ਕੇ ਰੱਖਣੇ ਆ। ਇਉਂ ਸਾਧ ਸੰਗਤ ਜੀ, ਜਿਨ ਪੂਰਾ ਇਤਿਹਾਸ ਨਹੀਂ ਨਾ ਸੁਣਿਆ ਹੁੰਦਾ, ਉਹ ਸੁਣ ਕਰਕੇ ਇਉਂ ਮਹਿਸੂਸ ਕਰਦੇ ਆ ਕਿ ਸਤਿਗੁਰੂ ਸ਼ਾਇਦ ਨਿਰਦਈ ਸੀਗੇ। ਨਹੀਂ ਮਹਾਰਾਜ, ਨਿਰਦਈ ਨਹੀਂ। ਸੱਚੇ ਪਾਤਸ਼ਾਹ ਤਾਂ ਭਾਈ ਗੁਰਦਾਸ ਜੀ ਨੇ ਕਿਹਾ, ਦਲ ਭੰਜਨ ਵਡ ਸੂਰਮਾ। ਸੱਚੇ ਪਾਤਸ਼ਾਹ ਮਹਾਰਾਜ ਦਲ ਭੰਜਨ ਗੁਰ ਸੂਰਮਾ। ਗੁਰੂ ਸਾਹਿਬ ਜੀ ਇਹੋ ਜਿਹੇ ਸੂਰਮੇ ਆ ਕਿ ਵੱਡੇ ਵੱਡੇ ਦਲਾਂ ਨੂੰ ਭੰਜਣ ਵਾਲੇ, ਵੱਡ ਯੋਧਾ ਬਹੁ ਪਰਉਪਕਾਰੀ ਸ਼ਬਦ ਕਹੇ ਹੈ। ਮਹਾਰਾਜ ਵੱਡੇ ਯੋਧੇ ਸੂਰਮੇ ਤੇ ਪਰਉਪਕਾਰੀ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਹਿਰਦਾ ਇੰਨਾ ਦਰਬ ਜਾਂਦਾ ਏ ਕਿ ਸਤਿਗੁਰੂ ਜੀ ਫੁੱਲ ਦੇ ਟੁੱਟਣ ਕਰਕੇ ਵੀ ਦੁੱਖ ਮੰਨਦੇ। ਸੱਚੇ ਪਾਤਸ਼ਾਹ ਜੀ ਇੰਨੀ ਦਇਆ ਹੈ ਮਹਾਰਾਜ ਦੇ ਅੰਦਰ। ਪਰ ਦਇਆ ਸਾਧ ਸੰਗਤ ਜੀ ਉੱਥੇ ਜਿੱਥੇ ਕੋਈ ਦਇਆ ਦਾ ਪਾਤਰ ਹੋਵੇ। ਜਦੋਂ ਦਇਆ ਦਾ ਪਾਤਰ ਹੀ ਨਹੀਂ ਅੱਗੇ, ਹੁਣ ਪੈਂਦੇ ਖਾਨ ਚੜ੍ਹ ਕੇ ਆ ਗਿਆ ਸੀ, ਉਦੋਂ ਦਇਆ ਦਾ ਪਾਤਰ ਥੋੜ੍ਹੋ ਰਿਹਾ ਸੀ। ਫਿਰ ਸਤਿਗੁਰਾਂ ਜੀ ਨੇ ਜਦੋਂ ਆਪ ਦੀ ਸ੍ਰੀ ਸਾਹਿਬ ਦੇ ਨਾਲ ਆਪਣੇ ਖੜਗ ਦੇ ਨਾਲ ਮਹਾਰਾਜ ਜੀ ਨੇ ਉਹਦੇ ਜਦੋਂ ਮਹਾਰਾਜ ਨੇ ਮੋਢੇ ਤੇ ਵਾਰ ਮਾਰਿਆ ਸੀਗਾ ਤੇ ਪੈਂਦੇ ਖਾਨ ਘੋੜੇ ਤੋਂ ਧਰਤੀ ਤੇ ਜਾ ਪਿਆ ਸੀ। ਸਤਿਗੁਰਾਂ ਜੀ ਨੇ ਫਿਰ ਵੀ ਦਇਆ ਕੀਤੀ, ਉਹਦੇ ਪਾਲਿਆ ਸੀ ਨਾ ਮਹਾਰਾਜ ਜੀ ਨੇ। ਮੈਦਾਨੇ ਜੰਗ ਦੇ ਅੰਦਰ ਮਹਾਰਾਜ ਨੇ ਉਹਦੇ ਮੂੰਹ ਤੇ ਛਾਂ ਕਰ ਦਿੱਤੀ ਢਾਲ ਨਾਲ। ਸੱਚੇ ਪਾਤਸ਼ਾਹ ਨੇ ਆਖਿਆ, ਪੈਂਦੇ ਖਾਨ ਤੇਰਾ ਅੰਤ ਦਾ ਵੇਲਾ ਆ ਗਿਆ, ਹੁਣ ਤੂੰ ਕਲਮਾ ਪੜ੍ਹ ਲੈ। ਨਹੀਂ ਤਾਂ ਸਤਿਗੁਰੂ ਜੀ ਕਿਸੇ ਨੂੰ ਵਾਰ ਕਰਕੇ ਇੰਨੀ ਦਇਆ ਕਰਕੇ ਥੋੜ੍ਹਾ ਉਤਰਦੇ। ਹਜੂਰ ਦਇਆ ਵੀ ਕਰ ਰਹੇ ਕਿਉਂਕਿ ਅਣਜਾਣ ਪੁਣੇ 'ਚ ਚੜ੍ਹ ਆਇਆ ਨਾ ਪੈਂਦੇ ਖਾਨ। ਤੇ ਪੈਂਦੇ ਖਾਨ ਨੂੰ ਵੀ ਸ਼ਸਤਰ ਖਾ ਕੇ ਸੁਰਤ ਆਈ, ਕਹਿੰਦਾ ਮਹਾਰਾਜ ਆਪ ਦੀ ਵੱਜੀ ਹੋਈ ਸ੍ਰੀ ਸਾਹਿਬ ਹੀ ਮੇਰਾ ਕਲਮਾ ਹੈ, ਮੇਰਾ ਉਧਾਰ ਕਰ ਦਿਓ। ਮਰਦੇ ਹੋਏ ਨੂੰ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਗਤੀ ਦੇ ਦਿੱਤੀ, ਭਾਵੇਂ ਅਕਿਰਤ ਕਣ ਸੀਗਾ। ਹਜੂਰ ਵਰਗੀ ਦਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਗਿਆ ਕਰਨੀ ਕਿ ਭਾਈ ਪੁਰਖਾ ਜੇ ਏਡਾ ਚੋਲਾ ਪਹਿਨੇ ਆਏ ਤੇ ਇਹਨੂੰ ਸੰਭਾਲ ਕੇ ਤੁਰਿਆ ਕਰੋ। ਸੇਵਾਦਾਰ ਨੇ ਪਿੱਛੋਂ ਵੇਖਿਆ ਸੀ ਨਾ, ਦੱਸ ਦਿੱਤਾ ਮਹਾਰਾਜ ਤੁਹਾਡੇ ਪੋਤਰੇ ਦੇ ਚੋਲੇ ਦੇ ਨਾਲ ਅੜ ਕੇ, ਕਲੀ ਨਾਲ ਅੜ ਕੇ ਫੁੱਲ ਟੁੱਟਿਆ ਏ। ਹਜੂਰ ਇੰਨਾ ਪਿਆਰ ਕਰਦੇ ਪਰ ਫੁੱਲ ਦੇ ਟੁੱਟਣ ਦਾ ਦਰਦ ਮੰਨਿਆ। ਆਖਿਆ ਚੋਲੇ ਨੂੰ ਸੰਭਾਲ ਕੇ ਚੱਲਣਾ ਚਾਹੀਦਾ ਹੈ। ਤੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਖਿਆ, ਚੰਗਾ ਸੱਚੇ ਪਾਤਸ਼ਾਹ, ਇਹਦੋਂ ਬਾਅਦ ਅਸੀਂ ਚੋਲਾ ਸੰਭਾਲ ਕੇ ਚੱਲਿਆ ਕਰਾਂਗੇ। ਸਤਿਗੁਰੂ ਜੀ ਜੀਵਨ ਭਰ ਚੋਲਾ ਤਾਂ 101 ਕਲੀਆਂ ਵਾਲਾ ਹੀ ਪਹਿਰਦੇ ਰਹੇ, ਪਰ ਮਹਾਰਾਜ ਜਦੋਂ ਤੁਰਨ ਲੱਗਦੇ ਦੋਹਾਂ ਹੱਥਾਂ ਨਾਲ ਹਜੂਰ ਆਪਣਾ ਚੋਲਾ ਸੰਕੋਚ ਲਿਆ ਕਰਦੇ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫੁੱਲ ਦੇ ਟੁੱਟਣ 'ਤੇ ਵੀ ਦਇਆ ਪਏ ਕਰਦੇ ਹੈ, ਪਰ ਜਦੋਂ ਕਾਲੇ ਖਾਂ ਵਰਗਾ ਚੜ੍ਹ ਕੇ ਆ ਜਾਂਦਾ ਹੈ ਉਹ ਦਇਆ ਦਾ ਪਾਤਰ ਨਹੀਂ ਹੈ। ਸੱਚੇ ਪਾਤਸ਼ਾਹ ਫਿਰ ਆਪਣੀ ਖੜਗ ਨਾਲ ਉੱਤਰ ਦਿੰਦੇ ਹੋਏ ਉਹਨੂੰ ਇਹੋ ਜਿਹਾ ਸਿਰ 'ਚ ਵਾਰ ਮਾਰਦੇ ਹੈ। ਇੰਨਾ ਵੀਰ ਰਸ ਵੀ ਹੈ ਕਿ ਹਜੂਰ ਦਾ ਤੇਗਾ ਕਾਠੀ ਤੱਕ ਵੱਢ ਕੇ ਰੱਖ ਦਿੰਦਾ ਕਾਲੇ ਖਾਂ ਨੂੰ। ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਆਦਰਸ਼ ਦਿੱਤਾ ਹੈ। ਜਿਸ ਚੰਦੂ ਪਾਪੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਐਡੀ ਨਰਾਦਰੀ ਕੀਤੀ, ਭਾਵੇਂ ਕਿ ਗੁਰੂ ਸਾਹਿਬ ਤਾਂ ਨਿੰਦਾ ਉਸਤਤ ਤੋਂ ਪਰੇ ਹੈ। ਸਾਰਾ ਸੰਸਾਰ ਹਜੂਰ ਨੂੰ ਨਿੰਦੀ ਜਾਏ, ਮਹਾਰਾਜ ਦਾ ਕੁਝ ਨਹੀਂ ਘਟਣ ਲੱਗਾ, ਪਰ ਜਿਹੜਾ ਨਿੰਦਾ ਕਰਦਾ ਉਹਦਾ ਪਤਨ ਹੋ ਜਾਂਦਾ, ਉਹਦਾ ਸਰਵਨਾਸ਼ ਹੋ ਜਾਂਦਾ। ਪੂਰੇ ਗੁਰੂ ਜੀ ਦੀ ਕੀਤੀ ਹੋਈ ਨਿੰਦਾ ਮਹਾਰਾਜ ਕਹਿੰਦੇ ਜਗਤ ਅੰਦਰੋਂ ਔਖਾ ਹੋ ਕੇ ਮਰਦਾ ਹੈ। ਤੇ ਜਿਹੜੇ ਉਸਤਤ ਕਰਦੇ ਆ, ਵਡਿਆਈ ਕਰਦੇ ਆ, ਮਹਾਰਾਜ ਉਸ ਉਸਤਤ ਵਿੱਚ ਵੀ ਨਹੀਂ ਸਤਿਗੁਰੂ ਜੀ ਨੂੰ ਲਪਾਇਮਾਨ ਗਈ, ਪਰ ਉਸਤਤ ਕਰਨ ਵਾਲੇ ਨੂੰ ਫਲ ਬੜਾ ਮਿਲਦਾ, ਉਹਨੂੰ ਸੁੱਖ ਫਲ ਪ੍ਰਾਪਤ ਹੁੰਦਾ ਹੈ। ਪੂਰੇ ਗੁਰੂ ਜੀ ਦੀ ਵਡਿਆਈ ਕਰੇ, ਪਰਲੋਕ ਸੌਰਦਾ, ਸੰਸਾਰ 'ਚ ਪਦਾਰਥ ਪ੍ਰਾਪਤ ਹੁੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਨਿੰਦਾ ਉਸਤਤ ਤੋਂ ਪਰੇ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਕੀ ਵਿਗਾੜ ਲਿਆ ਚੰਦੂ ਨੇ? ਕਿਉਂਕਿ ਸਤਿਗੁਰੂ ਜੀ ਤਾਂ ਉਹ ਸਰੂਪ ਹੈ ਜਿਸ ਸਰੂਪ ਨੂੰ ਅੱਗ ਨਹੀਂ ਸਾੜ ਸਕਦੀ, ਜਿਸ ਸਰੂਪ ਨੂੰ ਪਾਣੀ ਡੋਬ ਨਹੀਂ ਸਕਦਾ। ਸੱਚੇ ਪਾਤਸ਼ਾਹ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ,
ਕਿਉਂਕਿ ਮਹਾਰਾਜ ਸਤ ਚਿਤ ਆਨੰਦ ਸਰੂਪ ਹਨ, ਸਦਾ ਅਮਰ ਹਨ, ਸਦਾ ਅਟਲ ਹਨ। ਹਜੂਰ ਜਿਨ੍ਹਾਂ ਦੀ ਬਾਣੀ ਇਹ ਕਹਿੰਦੀ ਹੈ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਣੀ ਪੜ੍ਹ ਕਰਕੇ ਬ੍ਰਹਮ ਸਰੂਪ ਵਿੱਚ ਜੀਵ ਸਮਾ ਜਾਂਦਾ ਹੈ, ਆਪਣੇ ਸਾਖੀ ਚੇਤਨ ਨੂੰ ਪਹਿਚਾਣ ਲੈਂਦਾ ਹੈ, ਉਹਨੂੰ ਸ਼ਸਤਰ ਨਹੀਂ ਕੱਟ ਸਕਦਾ ਜਿਹੜਾ ਸਤਿਗੁਰੂ ਦੀ ਬਾਣੀ ਨਾਲ ਉਸ ਅਵਸਥਾ 'ਤੇ ਪਹੁੰਚ ਗਿਆ। ਤੇ ਮਹਾਰਾਜ ਦਾ ਕਿਵੇਂ ਕੋਈ ਨਰਾਦਰ ਕਰ ਸਕਦਾ ਹੈ। ਪਰ ਸਾਧ ਸੰਗਤ ਜੀ, ਹਜੂਰ ਆਪ ਤਾਂ ਉਸਤਤ ਤੋਂ, ਨਿੰਦਾ ਤੋਂ, ਵਡਿਆਈ ਤੋਂ, ਨਰਾਦਰ ਤੋਂ ਪਰੇ ਹੈ। ਪਰ ਸਿੱਖ ਦੀ ਭਾਵਨਾ ਹੈ ਨਾ ਮਹਾਰਾਜ ਦੇ ਅੰਦਰ, ਭਾਵੇਂ ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਾਵਨ ਸਰੂਪ ਹੈ, ਹਜੂਰ ਸ਼ਬਦ ਰੂਪ ਨੇ, ਤੇ ਸ਼ਬਦ ਨੂੰ ਕੋਈ ਕੱਟ ਨਹੀਂ ਸਕਦਾ, ਸ਼ਬਦ ਨੂੰ ਪਾਣੀ ਡੋਬ ਨਹੀਂ ਸਕਦਾ। ਸ਼ਬਦ ਪ੍ਰਕਾਸ਼ ਰੂਪ ਹੈ, ਸ਼ਬਦ ਚਾਨਣ ਰੂਪ ਹੈ। ਪਰ ਸਤਿਗੁਰਾਂ ਜੀ ਨੇ ਸਾਨੂੰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ, ਤੇ ਮਹਾਰਾਜ ਜੀ ਨੇ ਇਹ ਆਗਿਆ ਕੀਤੀ ਸੀ ਕਿ ਮੇਰਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਹਨ। ਜਦੋਂ ਸਿੰਘਾਂ ਨੇ ਕਿਹਾ ਮਹਾਰਾਜ ਤੁਹਾਡੇ ਨਾਲ ਬਚਨ ਅਸੀਂ ਕਰ ਲੈਂਦੇ, ਸਾਡੇ ਮਨ ਦੇ ਪ੍ਰਸ਼ਨ ਹੁੰਦੇ, ਆਪ ਉੱਤਰ ਦਿੰਦੇ, ਸਾਡੇ ਸ਼ੰਕੇ ਨਿਵਰਤ ਹੁੰਦੇ, ਅਸੀਂ ਮਹਾਰਾਜ ਹੁਣ ਕਿਹਦੇ ਕੋਲ ਆਪਣੇ ਮਨ ਦੇ ਪ੍ਰਸ਼ਨ ਕਿਆ ਕਰਾਂਗੇ, ਮਹਾਰਾਜ ਕਿਹਦੇ ਬਚਨ ਸੁਣਿਆ ਕਰਾਂਗੇ। ਤੇ ਹਜੂਰ ਨੇ ਫਿਰ ਆਖਿਆ ਸੀ, ਜੋ ਮੁਝ ਬਚਨ ਸੁਣਨ ਕੇ ਚਾਹੇ, ਸੁਨੋ ਗ੍ਰੰਥ ਹਿਤ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ। ਇਹ ਮਹਾਰਾਜ ਜੀ ਨੇ ਆਗਿਆ ਕੀਤੀ ਸੀ। ਇਸ ਕਰਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਸਤਿਗੁਰਾਂ ਜੀ ਦਾ ਸਰੂਪ ਮੰਨਦੇ। ਜੋ ਕਾਗਜ਼ ਹਨ, ਜਿਲਦ ਹੈ, ਇਹ ਸੱਚੇ ਪਾਤਸ਼ਾਹ ਜੀ ਦੇ ਸਰੂਪ ਨਾਲ ਜਿੱਥੇ ਬਾਣੀ ਲਿਖੀ ਹੋਈ ਹੈ ਸਾਧ ਸੰਗਤ ਜੀ, ਉਹ ਗੁਰੂ ਰੂਪ ਹਨ। ਸੱਚੇ ਪਾਤਸ਼ਾਹ ਜੀ ਦੇ ਉਹਨਾਂ ਅੰਗਾਂ ਨੂੰ ਕੋਈ ਛਤੀ ਪਹੁੰਚਾਉਂਦਾ ਹੈ ਤੇ ਸਿੱਖ ਭਾਵਨਾ ਕਰਦੇ ਹੈ ਕਿ ਗੁਰੂ ਸਾਹਿਬ ਜੀ ਦੇ ਇਹ ਅੰਗ ਭਾਈ ਕੱਟ ਰਿਹਾ ਤੇ ਸਿੱਖਾਂ ਦੇ ਦਿਲ ਦੁਖਦੇ ਹੈ। ਇਸ ਕਰਕੇ ਸਤਿਗੁਰੂ ਜੀ ਦੇ ਅਦਬ ਸਤਿਕਾਰ ਦੇ ਅੰਦਰ ਜਿਹੋ ਜੀ ਭਾਵਨਾ ਮਹਾਰਾਜ ਜੀ ਦੇ ਪ੍ਰਤੱਖ ਸਰੂਪ ਵਿੱਚ ਸਿੱਖ ਨੂੰ ਸਮਝਣੀ ਚਾਹੀਦੀ ਹੈ, ਉਹੋ ਹੀ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਿੱਖ ਨੂੰ ਰੱਖਣੀ ਚਾਹੀਦੀ ਹੈ। ਕਿਉਂਕਿ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਪਣੀ ਆਗਿਆ ਹੈ। ਜਦੋਂ ਆਪਾਂ ਗੁਰੂ ਸਾਹਿਬ ਦਾ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਸਾਨੂੰ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਪਰ ਮਹਾਰਾਜ ਆਪ ਸਤਿਕਾਰ ਤੋਂ, ਉਸ ਵਡਿਆਈ ਤੋਂ ਪਰੇ ਨੇ ਸੱਚੇ ਪਾਤਸ਼ਾਹ। ਤੋ ਹਜੂਰ ਇਸ ਪ੍ਰਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਚੰਦੂ ਨੂੰ ਇਹ ਵਾਅਦਾ ਮਹਾਰਾਜ ਦਿੱਤੀ ਹੈ। ਸੁਣ ਜੇਠੇ ਮੁਸਕਾਂ ਖੁਲਵਾਈ। ਸੁਣ ਕੇ ਮਹਾਰਾਜ ਜਦੋਂ ਆਖਿਆ ਕਿ ਬੇਹੋਸ਼ ਹੋ ਗਿਆ ਸੀ ਨਾ ਚੰਦੂ, ਤੇ ਮਹਾਰਾਜ ਆਖਿਆ ਵੇਖਿਓ ਇਹਨੂੰ ਕਿਤੇ ਮਰ ਨਾ ਜਾਵੇ, ਅਜੇ ਬਹੁਤ ਨਗਰਾਂ ਸ਼ਹਿਰਾਂ 'ਚ ਇਹਨੂੰ ਫੇਰਨਾ ਹੈ ਅਜੇ। ਤੇ ਭਾਈ ਜੇਠਾ ਜੀ ਨੇ ਮਹਾਰਾਜ ਦਾ ਬਚਨ ਸੁਣ ਕੇ ਦੀਆਂ ਮੁਸ਼ਕਾਂ ਸਿੱਖਾਂ ਨੂੰ ਕਿਹਾ ਖੋਲ ਦਿਓ, ਕਹਿ ਕੇ ਖੁਲਵਾ ਦਿੱਤੀਆਂ ਹਨ ਬਾਹਾਂ ਇਸ ਦੀਆਂ। ਰਾਖੇ ਢਿੱਗ ਬਿਠਾਏ ਤਕਰਾਈ। ਸਿੱਖਾਂ ਨੂੰ ਆਗਿਆ ਕਰ ਦਿੱਤੀ ਭਾਈ ਜੇਠਾ ਜੀ ਨੇ ਕਿ ਬਈ ਤਕੜਾਈ ਰੱਖਣੀ ਹੈ, ਪਹਿਰਾ ਰੱਖਣਾ, ਕੋਲ ਸਿੱਖਾਂ ਨੂੰ ਬਿਠਾ ਦੇਣਾ ਕੀਤਾ। ਗਹੇ ਸ਼ਸਤਰ ਇੱਕ ਠਾਂਡੋ ਰਹੈ। ਇੱਕ ਸਿੱਖ ਤਾਂ ਸ਼ਸਤਰ ਪਕੜ ਕੇ ਪਹਿਰੇ ਦੇ ਖੜਾ ਰਹੇ ਸਦਾ ਹੀ। ਅਗਰ ਬਿਲੋਚਨ ਕੇ ਇਸ ਲਹੈ। ਅੱਖਾਂ ਦੇ ਨਾਲ ਸਾਹਮਣੇ ਇਸ ਨੂੰ ਵੇਖਦਾ ਰਹੇ। ਇਤਿਆਦਿਕ ਕਹਿ ਕਰ ਸਭ ਬਾਤ। ਇਤਿਆਦਿਕ ਸਾਰੀਆਂ ਗੱਲਾਂ ਦੱਸ ਕਰਕੇ। ਦੇਖੀ ਆਨ ਪ੍ਰਵਿਰਤੀ ਰਾਤ। ਜਦੋਂ ਫਿਰ ਰਾਤ ਪ੍ਰਵਿਰਤ ਹੋਈ ਹੈ, ਜਿਹੜੀ ਰਾਤ ਹੈ, ਹਨੇਰਾ ਪੈ ਗਿਆ ਹੈ। ਗੁਰੂ ਸਹਿਤ ਕਰ ਖਾਨ ਰੋਪਾਨਾ। ਸਤਿਗੁਰਾਂ ਜੀ ਦੇ ਸਹਿਤ ਸਿੱਖਾਂ ਨੇ ਲੰਗਰ ਪ੍ਰਸ਼ਾਦ ਛਕਣਾ ਕੀਤਾ। ਟਿਕੇ ਸਕਲ ਨਰ ਨਿਜ ਨਿਜ ਥਾਨਾ। ਆਪੋ ਆਪਣੇ ਥਾਵਾਂ ਤੇ ਸਾਰੇ ਟਿਕ ਗਏ ਹੈ। ਸੁਪਤ ਜਥਾ ਸੁਖ ਗੁਰ ਅਬਰਾਮੂ। ਸਤਿਗੁਰੂ ਜੀ ਨੇ ਸੁਖ ਦੇ ਸਹਿਤ ਬਰਾਜ ਕਰਕੇ ਸੁੰਦਰ ਪਲੰਗੇ ਦੇ ਉੱਪਰ ਤਜੀ ਨੀਂਦ ਜਬ ਜਾਮਨ ਜਾਮੂ। ਆਰਾਮ ਕੀਤਾ ਮਹਾਰਾਜ ਜੀ ਨੇ। ਪਰ ਜਦੋਂ ਪਹਿਰ ਰਾਤ ਹੋਈ, ਸੱਚੇ ਪਾਤਸ਼ਾਹ ਨੇ ਨੀਂਦਰ ਛੱਡ ਦਿੱਤੀ ਗਰੀਬ ਨਵਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾਗ ਪਏ ਹੈ। ਇਹ ਕਿੰਨਾ ਜ਼ਰੂਰੀ ਹੈ। ਵੇਖੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਾਹੌਰ ਚੱਲੇ ਸੀ
ਤੇ ਸਤਿਗੁਰਾਂ ਜੀ ਨੇ ਗੁਪਤ ਰੂਪ ਵਿੱਚ ਆਪਣੇ ਸਾਹਿਬਜ਼ਾਦੇ ਨੂੰ ਗੁਰਿਆਈ ਦੀ ਰਸਮ ਕਰ ਦਿੱਤੀ ਸੀ। ਤੇ ਸਤਿਗੁਰਾਂ ਜੀ ਨੇ ਉਸ ਸਮੇਂ ਉਪਦੇਸ਼ ਦ੍ਰਿੜਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਭਾਈ ਪੁਰਖਾ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀਤ ਹੈ, ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਜਾਗਣਾ, ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ, ਕਥਾ ਸੁਣਨੀ, ਇਹ ਰੀਤੀ ਸਦਾ ਚਲਾਉਣੀ, ਲੰਗਰ ਦੀ ਰੀਤ ਸਦਾ ਚਲਾਉਣੀ। ਪਰ ਹੁਣ ਤੁਹਾਡਾ ਸਮਾਂ ਆਇਆ ਹੈ, ਹੁਣ ਤੁਹਾਨੂੰ ਨਵੀਂ ਰੀਤ ਇੱਕ ਸ਼ਸਤਰਾਂ ਦੀ ਧਾਰਨ ਕਰਨੀ ਪਵੇਗੀ। ਪਰ ਅੰਮ੍ਰਿਤ ਵੇਲੇ ਦਾ ਜਾਗਣਾ ਨਾ ਕਦੇ ਤਿਆਗਣਾ। ਇਹ ਵੇਖੋ ਆਪਣੇ ਹੀ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਗਿਆ ਕਿਉਂ ਕਰ ਰਹੇ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਇਹ ਬੋਧ ਦੇਣਾ ਚਾਹੁੰਦੇ ਆ, ਗਰੀਬ ਨਵਾਜ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਵਿਚਿੱਤਰ ਜੀਵਨ, ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਅੰਮ੍ਰਿਤ ਵੇਲਾ ਨਹੀਂ ਸਤਿਗੁਰਾਂ ਖੁੰਝਾਇਆ, ਭਾਵੇਂ ਕਿੱਡੇ ਵੀ ਯੁੱਧ ਕੀਤੇ ਹੈ। ਸਤਿਗੁਰੂ ਜੀ ਅੰਮ੍ਰਿਤ ਵੇਲਾ ਜਾਣ ਕੇ ਗਰੀਬ ਨਵਾਜ ਜੀ ਜਾਗ ਪਏ ਹਨ। ਸੌਚ ਇਸ਼ਨਾਨ ਕੀਨ ਸੁਖ ਪਾਏ, ਸੁਖ ਦੇ ਸਹਿਤ ਸਤਿਗੁਰਾਂ ਜੀ ਨੇ ਸੋਚ ਪਵਿੱਤਰਤਾ ਇਸ਼ਨਾਨ ਕੀਤਾ ਏ। ਥਿਰੇ ਅਡੋਲ ਸਮਾਧ ਲਗਾਏ, ਸੱਚੇ ਪਾਤਸ਼ਾਹਿਓ ਅਡੋਲ ਇੱਕ ਰਸ ਮਹਾਰਾਜ ਜੀ ਸਮਾਧੀ ਲਾ ਕੇ ਟਿਕ ਗਏ ਆ। ਆਸਾ ਵਾਰ ਰਬਾਬੀ ਗਾਵੈ, ਰਬਾਬੀ ਸਿੱਖ ਭਾਵ ਜੋ ਰਾਗੀ ਸਿੱਖ ਹਨ, ਉਹ ਆਸਾ ਦੀ ਵਾਰ ਦਾ ਗਾਇਨ ਕਰਦੇ ਆ। ਸੱਚੇ ਪਾਤਸ਼ਾਹ ਜੇ ਕੋਈ ਇਉਂ ਸ਼ੰਕਾ ਕਰਦੇ ਆ ਕਿ ਮਹਾਰਾਜ ਕਿਹਦੀ ਸਮਾਧੀ ਲਾਉਂਦੇ ਆ, ਸਮਾਧੀ ਵਿੱਚ ਕਿਹਦਾ ਧਿਆਨ ਕਰਦੇ ਆ, ਕਿਉਂਕਿ ਜੇ ਕੋਈ ਦੇਵੀ ਦੇਵਤਾ ਜਾਂ ਕੋਈ ਜਗਿਆਸੂ ਜਾਂ ਕੋਈ ਸਿੱਧ ਪੁਰਖ ਸਮਾਧੀ ਲਾਉਂਦਾ ਹੈ ਤੇ ਉਹ ਧਿਆਨ ਨਿਰੰਕਾਰ ਦਾ ਕਰਦੇ ਆ ਜਾਂ ਆਪਣੇ ਇਸ਼ਟ ਦਾ ਕਰਦੇ ਆ। ਹਜੂਰ ਕਿਹਦਾ ਧਿਆਨ ਕਰਦੇ ਆ? ਸੱਚੇ ਪਾਤਸ਼ਾਹ ਆਪਣੇ ਹੀ ਨਿਜ ਸਰੂਪ ਦਾ ਧਿਆਨ ਕਰਦੇ ਆ। ਗਰੀਬ ਨਵਾਜ ਸਤਿਗੁਰੂ ਜੀ ਆਪਣੇ ਜਿਹੜਾ ਵਾਸਤਵ ਰੂਪ ਹੈ ਨਾ, ਨਿਰਗੁਣ ਸਰੂਪ, ਜਿਹਦੀ ਜੋਤ ਸਭ ਦੇ ਅੰਦਰ ਸਮਾ ਰਹੀ ਹੈ, ਸੱਚੇ ਪਾਤਸ਼ਾਹ ਮਹਾਰਾਜ ਆਪਣੇ ਉਸ ਸਰੂਪ ਵਿੱਚ ਲੀਨ ਹੋ ਜਾਂਦੇ ਆ। ਗਰੀਬ ਨਵਾਜ ਜਿੱਥੇ ਕੋਈ ਆਕਾਰ ਨਹੀਂ ਹੈ, ਇਹ ਸਾਰੇ ਆਕਾਰ ਜਿੱਥੇ ਖਤਮ ਹੋ ਜਾਂਦੇ ਆ, ਸੱਚੇ ਪਾਤਸ਼ਾਹ ਆਪਣੇ ਉਸ ਨਿਜ ਸਰੂਪ ਵਿੱਚ ਟਿਕ ਜਾਂਦੇ ਆ। ਗਰੀਬ ਨਵਾਜ ਅੰਮ੍ਰਿਤ ਵੇਲੇ ਰਾਗੀ ਸਿੱਖਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਏ। ਬਹੁ ਰਾਗਨ ਕੇ ਸ਼ਬਦ ਸੁਣਾਵੈ, ਬਹੁਤ ਰਾਗਾਂ ਵਿੱਚ ਪਾ ਕੇ ਬੜਾ ਸੋਹਣਾ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਸੁਣਾਉਂਦੇ ਹਨ। ਰੌਣਕ ਅਤ ਹੋਈ ਸਭ ਡੇਰੇ, ਸਾਰੇ ਸਤਿਗੁਰਾਂ ਜੀ ਦੇ ਡੇਰੇ ਵਿੱਚ ਬਹੁਤ ਭਾਰੀ ਰੌਣਕ ਹੋਈ ਹੈ। ਜਾਗਤ ਹੋਤ ਆਨੰਦ ਬਡੇਰੇ, ਜਦੋਂ ਇਉਂ ਜਾਗਦੇ ਆ ਸਾਰੇ ਤਾਂ ਬਹੁਤ ਆਨੰਦ ਹੈ, ਬੜਾ ਸੁਖ ਹੈ। ਜਿਵੇਂ ਜਿਵੇਂ ਕੀਰਤਨ ਦੀਆਂ ਧੁਨਾਂ ਪੈਂਦੀਆਂ ਸਭ ਜਾਗ ਰਹੇ ਅੰਮ੍ਰਿਤ ਵੇਲਾ ਜਾਣ ਕੇ, ਬੜਾ ਆਨੰਦ ਹੋ ਰਿਹਾ ਏ। ਭੇ ਇਕੱਤਰ ਸਭ ਨਰ ਜੁਰ, ਤੇ ਸਾਰੇ ਜੁੜ ਕਰਕੇ ਭਾਵ ਇਕੱਠੇ ਹੋ ਕਰਕੇ ਸਾਰੇ ਆਏ ਹਨ। ਸਿੱਖ ਸੰਗਤ ਅਰ ਸੈਨ ਸਮਾਜ, ਮਹਾਰਾਜ ਜੀ ਦੇ ਸੂਰਮੇ ਸੈਨਾ ਸਿੱਖਾਂ ਦੀ ਅਤੇ ਸਿੱਖ ਸੰਗਤ ਵੀ ਬਹੁਤ ਇਕੱਠੀ ਹੋਈ ਹੈ। ਦਿਨ ਕਰ ਉਦੈ ਭਇਓ ਜਿਸ ਕਾਲਾ, ਜਿਸ ਸਮੇਂ ਸੂਰਜ ਉਦੇ ਹੋਇਆ ਭਾਵ ਚੜਿਆ ਹੈ। ਬਿਗਸੇ ਗੁਰ ਦ੍ਰਿਗ ਕਮਲ ਵਿਸਾਲਾ, ਮਹਾਰਾਜ ਜੀ ਦੇ ਕਮਲ ਸ਼ਰੀਕੇ ਨੇਤਰ ਸਤਿਗੁਰਾਂ ਜੀ ਦੇ ਖਿੜੇ ਨੇ। ਮਹਾਰਾਜ ਜੀ ਨੇ ਨੇਤਰ ਖੋਲੇ ਹਨ ਜਦੋਂ ਸੂਰਜ ਦੇ ਚੜ੍ਹਨ ਦਾ ਸਮਾਂ ਹੋਇਆ, ਭੋਰ ਹੋ ਰਹੀ ਹੈ, ਭੋਰ ਦਾ ਉਜਾਲਾ ਹੋ ਰਿਹਾ ਫਿਜ਼ਾ ਦੇ ਅੰਦਰ। ਸਤਿਗੁਰੂ ਜੀ ਨੇ ਆਪਣੇ ਪਾਵਨ ਨੇਤਰ ਖੋਲੇ ਹਨ। ਤਜੀ ਸਮਾਦ ਬਸਤਰ ਮੰਗਵਾਏ, ਮਹਾਰਾਜ ਜੀ ਨੇ ਸਮਾਧੀ ਛੱਡੀ ਹੈ ਹਜੂਰ ਨੇ ਤੇ ਆਪਣੇ ਸਤਿਗੁਰਾਂ ਵਸਤਰ ਮੰਗਵਾਏ ਨੇ। ਪਹਿਰ ਸਰਬ ਸਤਿਗੁਰੂ ਸੁਹਾਏ, ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਧ ਸੰਗਤ ਜੀ 15-15 20 ਸੇਵਾਦਾਰ ਸਤਿਗੁਰਾਂ ਦੀ ਸੇਵਾ ਵਿੱਚ ਹੁੰਦੇ। ਮਹਾਰਾਜ ਸਾਹਿਬ ਜੀ ਨੂੰ ਚੋਲਾ ਪਹਿਨਾਉਂਦੇ ਐ। ਹਜੂਰ ਦਾ ਇੱਕ ਇੱਕ ਸ਼ਸਤਰ ਫੜ ਕੇ ਖਲੋਤੇ ਹੋਏ ਸਿੱਖ ਕੋਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ ਤਿਆਰ ਹੋ ਰਹੇ ਐ। ਮਹਾਰਾਜ ਜੀ ਵੱਡਾ ਚੋਲਾ ਸਤਿਗੁਰਾਂ ਜੀ ਨੇ ਆਪਣੇ ਸਰੀਰ ਤੇ ਪਹਿਨਿਆ ਹੈ। ਸੱਚੇ ਪਾਤਸ਼ਾਹ ਕਮਰ ਕੱਸਾ ਸਜਾਇਆ ਹੈ। ਬੈਠੇ ਵਹਿਰ ਲਗਾਏ ਦੀਵਾਨ, ਮਹਾਰਾਜ ਜੀ ਤਿਆਰ ਪਰ ਤਿਆਰ ਹੋ ਕੇ ਸਤਿਗੁਰੂ ਜੀ ਸੀਸ ਤੇ ਸੋਹਣੀ ਦਸਤਾਰ ਸਜ ਰਹੀ ਹੈ। ਸੋਹਣੀ ਕਲਗੀ ਸਾਹਿਬ ਝੂਲ ਰਹੀ ਹੈ ਮਹਾਰਾਜ ਦੇ ਪਾਵਨ ਦਸਤਾਰ ਦੇ ਉੱਪਰ। ਸਤਿਗੁਰੂ ਜੀਓ ਤਿਆਰ ਪਰ ਤਿਆਰ ਹੋ ਕੇ ਦੀਵਾਨ ਅਸਥਾਨ ਤੇ ਆਏ ਹਨ। ਬੰਦਤ ਸਭ ਬ੍ਰਿਧ ਆਦਿਕ ਆਨ, ਸਾਰਿਆਂ ਨੇ ਆ ਕੇ ਨਮਸਕਾਰ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਵੀ ਆਏ ਹੈ। ਇਹ ਹਜੂਰ ਦਾ ਪਵਿੱਤਰ ਜੀਵਨ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਖਿਆ ਸੀ ਕਿ ਬਾਬਾ ਬੁੱਢਾ ਸਾਹਿਬ ਦਾ ਸਦਾ ਸਤਿਕਾਰ ਰੱਖਣਾ, ਇਹਨਾਂ ਦਾ ਬਚਨ ਨਹੀਂ ਕਦੇ ਮੋੜਨਾ। ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਦੀਵਾਨ ਅਸਥਾਨ ਤੇ ਆਇਆ ਕਰਦੇ
ਭਾਵੇਂ ਕਿ ਵੇਖ ਲਓ ਬਾਬਾ ਬੁੱਢਾ ਸਾਹਿਬ 'ਚ ਵੀ ਇੰਨੀ ਨਿਮਰਤਾ ਹੈ, ਕਦੇ ਨਹੀਂ ਮਨ ਵਿੱਚ ਇਹ ਕਿਹਾ ਕਿ ਸਾਡੇ ਵਰਦਾਨ ਨਾਲ ਹੀ ਇਹਨਾਂ ਦਾ ਅਵਤਾਰ ਹੋਇਆ ਹੈ। ਸਿੱਖ ਭਾਵਨਾ ਰੱਖ ਕੇ ਮਹਾਰਾਜ ਦੇ ਅੱਗੇ ਨਮਸਕਾਰ ਕਰਦੇ, ਪਰ ਹਜੂਰ ਐਡਾ ਮਾਨ ਦਿੰਦੇ ਕਿ ਤਖਤ ਤੋਂ ਹੀ ਉੱਠ ਕੇ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ ਕਰਦੇ। ਇਉਂ ਸੱਚੇ ਪਾਤਸ਼ਾਹ ਜੀ ਮਾਣ ਦਿੰਦੇ ਆ ਸਿੱਖਾਂ ਨੂੰ। ਸਿਪਰ ਖੜਗ ਧਰ ਗਨ ਭਟ ਆਏ। ਬਹੁਤ ਸੂਰਮੇ ਜਿਨ੍ਹਾਂ ਦੇ ਗਾਤਰੇ ਸ਼ਸਤਰ ਪਏ ਹੋਏ ਆ, ਮੋਢਿਆਂ ਤੇ ਢਾਲਾਂ ਹਨ ਧਾਰਨ ਕੀਤੀਆਂ, ਮਹਾਰਾਜ ਦੇ ਦਰਬਾਰ ਵਿੱਚ ਦਰਸ਼ਨ ਕਰਨ ਨੂੰ ਆਏ ਆ। ਆਤ ਪ੍ਰਮੋਦ ਸਭ ਕੈ ਉਰ ਛਾਏ। ਸਾਰਿਆਂ ਦੇ ਮਨ ਵਿੱਚ ਬੜਾ ਹੀ ਆਨੰਦ ਛਾਇਆ ਏ। ਜੋਤ ਹਰਦਾਸ ਮਹੀਪਤ 52। ਤੇ ਜਿਹੜੇ 52 ਰਾਜੇ ਐ, ਉਹ ਹਰਦਾਸ ਜਿਹੜਾ ਦਰੋਗਾ ਸੀ ਗਵਾਲੀਅਰ ਦਾ, ਉਹਦੇ ਸਮੇਤ ਚੱਲ ਕਰਕੇ ਆਏ ਹਨ। ਆਏ ਕਰਿਓ ਗੁਰ ਦਰਸ਼ਨ ਪਾਵਨ। ਆਏ ਐ ਸਾਰੇ ਚੱਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਦਰਸ਼ਨ ਕੀਤਾ ਏ। ਬੰਦਨ ਕਰੇ ਚਰਨ ਅਰਬਿੰਦੇ। ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਦੇ ਐ। ਬੈਠ ਨਿਕਟ ਬਹੁ ਹਿਰਦੇ ਆਨੰਦੇ। ਹਿਰਦੇ ਦੇ ਅੰਦਰ ਬੜਾ ਆਨੰਦ ਹੈ, ਸਭ ਦੇ ਸੁਖ ਹੈ, ਕਿਉਂਕਿ ਰਿਹਾਜੂ ਮਹਾਰਾਜ ਨੇ ਕਰ ਦਿੱਤੇ। ਸਤਿਗੁਰਾਂ ਨੂੰ ਨਮਸਕਾਰ ਕਰਕੇ ਬੜੇ ਖੁਸ਼ ਹਨ। ਸਨਮੁਖ ਗੁਰ ਦਰੋਹੀ ਗਹਿ ਬਾਧਾ। ਤੇ ਜਦੋਂ ਵੇਖਦੇ ਆ ਕਿ ਕੁੱਤਿਆਂ ਵਾਲੇ ਪਾਸੇ ਗੁਰੂ ਘਰ ਦਾ ਵੈਰੀ ਜਿਹੜਾ ਚੰਦੂ ਹੈ, ਮਹਾਰਾਜ ਨੇ ਬੰਨਿਆ ਹੋਇਆ ਕਿੱਲੇ ਦੇ ਨਾਲ, ਬੀਚ ਚੰਡਾਲਣ ਕੇ ਲਹਿ ਬਾਧਾ। ਉਹ ਕੁੱਤਿਆਂ ਤੇ ਚੰਡਾਲਾਂ ਵਿੱਚ ਬੜੀ ਵੱਜਾ ਹੋਇਆ ਸਜ਼ਾ ਪ੍ਰਾਪਤ ਕਰ ਰਿਹਾ ਏ। ਸਤਿਗੁਰ ਨਿਕਟ ਬ੍ਰਿਧ ਨੇ ਭਾਖਾ। ਸਤਿਗੁਰੂ ਜੀ ਦੇ ਕੋਲ ਬਾਬਾ ਬੁੱਢਾ ਸਾਹਿਬ ਜੀ ਨੇ ਦੀਵਾਨ ਲੱਗਾ, ਹਜੂਰ ਤਖਤ ਤੇ ਸਜੇ ਹੋਏ ਐ। ਬਾਬਾ ਬੁੱਢਾ ਸਾਹਿਬ ਨੇ ਸਿਨਮਰ ਬੇਨਤੀ ਦੇ ਸ਼ਬਦ ਕਹੇ ਐ। ਮਾਤ ਗੰਗ ਕੇ ਉਰ ਅਬਿਲਾਖਾ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਤਿਕਾਰਯੋਗ ਸ਼੍ਰੀ ਮਾਤਾ ਗੰਗਾ ਜੀ ਦੇ ਮਨ ਵਿੱਚ ਇਹ ਅਬਿਲਾਖਾ ਸੀਗੀ, ਇੱਛਾ ਸੀਗੀ ਇਤ ਦਿਸ਼ ਤੁਮਰੇ ਮਹਿ ਮਨ ਲਾਗਾ। ਕਿ ਆਪ ਕਦੋਂ ਅੰਮ੍ਰਿਤਸਰ ਸਾਹਿਬ ਆਓਗੇ। ਸਤਿਗੁਰੂ ਜੀ ਮਾਤਾ ਜੀ ਦਾ ਮਨ ਤਾਂ ਤੁਹਾਡੇ ਵਿੱਚ ਹੀ ਲੱਗਾ ਹੋਇਆ ਹੈ, ਉਹ ਤੁਹਾਡੇ ਬਾਰੇ ਹਰ ਵੇਲੇ ਸੋਚਦੇ ਰਹਿੰਦੇ ਆ। ਇੱਕ ਪੁੱਤਰਾ ਦੀਰਘ ਅਨੁਰਾਗੈ। ਮਹਾਰਾਜ ਇੱਕੋ ਇੱਕ ਆਪ ਦੇ ਆਪ ਇਕਲੌਤੇ ਪੁੱਤਰ ਹੋ ਮਹਾਰਾਜ ਸੱਚੇ ਪਾਤਸ਼ਾਹ, ਤੇ ਬਹੁਤ ਜ਼ਿਆਦਾ ਹੀ ਤੁਹਾਡੇ ਵਿੱਚ ਪਿਆਰ ਕਰਦੇ ਆ ਮਾਤਾ ਜੀ। ਪ੍ਰਥਮ ਬਿਸ਼ਰਨੋ ਨੰਦਨ ਪਿਆਰੋ। ਤੇ ਮਹਾਰਾਜ ਆਪਣੇ ਪਿਆਰੇ ਪੁੱਤਰ ਤੋਂ ਇਹ ਪਹਿਲਾ ਵਿਛੋੜਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦਿੱਲੀ ਆਏ, ਮਾਤਾ ਜੀ ਚਾਹੁੰਦੇ ਨਹੀਂ ਸੀਗੇ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਆਖਿਆ ਸੀ ਨਾ, ਤੇ ਮਾਤਾ ਜੀ ਫਿਰ ਖਫੇ ਹੋ ਗਏ ਸੀ ਬਾਬਾ ਬੁੱਢਾ ਸਾਹਿਬ ਨਾਲ। ਆਖਿਆ ਸੀ ਤੁਸੀਂ ਹੀ ਸਾਡੇ ਸਾਹਿਬਜ਼ਾਦੇ ਨੂੰ ਦਿੱਲੀ ਭੇਜਿਆ, ਜਾਓ ਹੁਣ ਲੈ ਕੇ ਆਓ। ਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਤਿਆਰੀ ਕਰਕੇ ਤੇ ਦਿੱਲੀ ਨੂੰ ਆਏ ਸੀ ਸੱਚੇ ਪਾਤਸ਼ਾਹ ਜੀ ਨੂੰ ਲੈਣ। ਭਾਈ ਜੇਠਾ ਤੇ ਲੰਗਾ ਜਦੋਂ ਸ਼ੇਰ ਬਣ ਕੇ ਚੜ੍ਹੇ ਸੀ ਜਹਾਂਗੀਰ ਦੀ ਛਾਤੀ ਦੇ ਉੱਤੇ। ਤੇ ਵੇਖੋ ਇਹ ਵੱਡੀ ਵਡਿਆਈ ਹੈ ਗੁਰੂ ਘਰ ਦੀ, ਪਿੱਛੇ ਇਤਿਹਾਸ ਵਿੱਚ ਆਪ ਨੇ ਸੁਣਿਆ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਏ ਸੀ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਸ਼ਕਤੀ ਦੇ ਪ੍ਰਗਟ ਕਰਨ ਲਈ ਸਿੱਖਿਆ ਦਿੰਦਿਆਂ ਹੋਇਆਂ ਕਿਹਾ ਸੀ ਕਿ ਨਦੀ ਵਿੱਚ ਗੜਵਾ ਪਾਓ ਪਾਣੀ ਦਾ ਭਰਿਆ। ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਭਾਈ ਫਿਰ ਭਰ ਵੀ ਲਿਆਓ। ਜਦੋਂ ਲਿਆਂਦਾ ਤੇ ਮਹਾਰਾਜ ਨੇ ਪੁੱਛਿਆ ਫਿਰ ਸਮਝਾਉਣ ਲਈ ਕਿ ਜਦੋਂ ਭਾਈ ਜੇਠਾ ਨਦੀ ਵਿੱਚ ਪਾਣੀ ਪਾਇਆ ਸੀ ਇੱਕ ਗੜਵਾ, ਤੇ ਨਦੀ ਦਾ ਪਾਣੀ ਵਧਿਆ ਸੀਗਾ। ਕਹਿੰਦੇ ਨਾ ਮਹਾਰਾਜ, ਨਦੀ ਦਾ ਪਾਣੀ ਕੀ ਵਧਣਾ ਸੀ ਇੱਕ ਗੜਵੇ ਨਾਲ। ਸਤਿਗੁਰੂ ਕਹਿੰਦੇ ਜਦੋਂ ਕੱਢਿਆ ਸੀ ਗੜਵਾ ਭਰ ਕੇ ਤੇ ਉਦੋਂ ਘਟਿਆ ਹੋਣਾ। ਨਹੀਂ ਮਹਾਰਾਜ, ਕੀ ਘਟਣਾ ਸੀ ਏਡੀ ਨਦੀ ਦਾ ਪਾਣੀ। ਸਤਿਗੁਰੂ ਜੀ ਨੇ ਕਿਹਾ ਗੜਵੇ ਜਿੰਨੀ ਸ਼ਕਤੀ ਹੈ ਸਾਂਭੀ ਨਹੀਂ ਜਾਂਦੀ ਤੁਹਾਥੋਂ। ਇਹ ਸਤਿਗੁਰੂ ਜੀ ਨੇ ਤਾੜਨਾ ਕੀਤੀ। ਜਦੋਂ ਮਹਾਰਾਜ ਨੇ ਤਾੜਨਾ ਕੀਤੀ ਤੇ ਸਿੱਖ ਡਰ ਗਏ। ਹਜੂਰ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਡਾ ਕੋਈ ਕਸੂਰ ਨਹੀਂ, ਸਾਨੂੰ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ। ਜਦੋਂ ਬਾਬਾ ਬੁੱਢਾ ਸਾਹਿਬ ਦਾ ਨਾਮ ਸੁਣਿਆ ਹਜੂਰ ਨੇ, ਸਤਿਗੁਰਾਂ ਨੂੰ ਨੀਵੀਂ ਪਾ ਲਈ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ ਤੱਕ ਨਹੀਂ, ਪਰ ਫਿਰ ਵੀ ਬਾਬਾ ਬੁੱਢਾ ਸਾਹਿਬ ਨੇ ਨਿਮਰਤਾ ਸਹਿਤ ਕਿਹਾ ਮਹਾਰਾਜ ਜੀ ਮੇਰਾ ਵੀ ਕਸੂਰ ਨਹੀਂ, ਮਾਤਾ ਗੰਗਾ ਜੀ ਨੇ ਆਖਿਆ ਸੀਗਾ। ਬਾਬਾ ਬੁੱਢਾ ਸਾਹਿਬ ਨੇ ਗਾਂ ਮਾਤਾ ਜੀ ਦਾ ਨਾਮ ਲੈ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਿੱਖਿਆ ਦਰੜਾਉਂਦੇ ਆ, ਪਰ ਇਹ ਵੀ ਨਾਲ ਨਾਲ ਸੱਚੇ ਪਾਤਸ਼ਾਹ ਜੀ ਨੇ ਦਿਖਾਇਆ ਹੈ ਕਿ ਸਾਡੇ ਪਰਮ ਸੇਵਕ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਬਰਸੋਏ ਹੈ, ਉਹਨਾਂ ਦੀ ਕਿੱਡੀ ਵੱਡੀ ਵਡਿਆਈ ਹੈ। ਉਹਨਾਂ ਨੂੰ ਕੋਈ ਸਮਝਾਉਣ ਦੀ ਲੋੜ ਨਹੀਂ, ਉਹ ਤਾਂ ਆਪ ਹੀ ਸਭ ਸੰਸਾਰ ਨੂੰ ਸਮਝਾਉਣ ਦੇ ਸਮਰੱਥ ਹੈ। ਇਹ ਸੱਚੇ ਪਾਤਸ਼ਾਹ ਏਡੀ ਵਡਿਆਈ ਬਾਬਾ ਬੁੱਢਾ ਸਾਹਿਬ ਦੀ ਕਰਦੇ ਗਰੀਬ ਨਵਾਜ਼। ਇਉਂ
ਚੰਦੂ ਦੀ ਬਾਬਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਸਿੱਖਾਂ ਦੇ ਮਨਾਂ ਦੀ ਭਾਵਨਾ ਪੂਰੀ ਕੀਤੀ ਹੈ, ਤੇ ਇੱਥੇ ਹੁਣ ਕਿੰਨਾ ਸਮਾਂ ਹੋ ਗਿਆ ਮਹਾਰਾਜ ਜੀ ਨੂੰ, ਤੇ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਸ਼੍ਰੀ ਮਾਤਾ ਗੰਗਾ ਜੀ ਵੱਲੋਂ ਚਿੰਤਤ ਹੋ ਕੇ ਆਖਿਆ, ਮਹਾਰਾਜ ਜੀ ਆਪ ਇਕਲੌਤੇ ਪੁੱਤਰ ਹੋ, ਮਾਤਾ ਜੀ ਦਾ ਤੁਹਾਡੇ ਵਿੱਚ ਬਹੁਤ ਪ੍ਰੇਮ ਹੈ, ਤੁਹਾਨੂੰ ਬਹੁਤ ਪਿਆਰ ਨਾਲ ਚੇਤੇ ਕਰਦੇ ਸੀਗੇ। ਜਨਨੀ ਕੀ ਇਮ ਦਸ਼ਾ ਵਿਚਾਰੋ, ਆਪਣੀ ਸ਼੍ਰੀ ਮਾਤਾ ਗੰਗਾ ਜੀ ਦੀ ਇਹ ਦਸ਼ਾ ਹਾਲਤ ਜਿਹੜੀ ਹੈ ਨਾ ਪਿਆਰ ਵਾਲੀ, ਸਤਿਗੁਰੂ ਇਹਦੇ ਬਾਬਤ ਆਪ ਜਰਾ ਵਿਚਾਰ ਕਰਨਾ ਕਰੋ, ਸੋਚਣਾ ਕਰੋ। ਸੁਧ ਸਭ ਲਿਖ ਭੇਜੋ ਤਤਕਾਲ, ਬੜੀ ਛੇਤੀ ਨਾਲ ਮਹਾਰਾਜ ਜੀ ਇੱਥੇ ਜੋ ਕੁਝ ਵਰਤਿਆ ਨਾ, ਇਹ ਸਾਰੀ ਸੁਧ ਖਬਰ ਜਿਹੜੀ ਹੈ ਨਾ ਮਹਾਰਾਜ ਅੰਮ੍ਰਿਤਸਰ ਸਾਹਿਬ ਆਪ ਭੇਜਣਾ ਕਰੋ। ਸੁਨ ਉਪਜਹਿ ਔਰ ਮੋਦ ਵਿਸਾਲ, ਜਦੋਂ ਮਾਤਾ ਜੀ ਸੁਣਨਗੇ ਕਿ ਐਡਾ ਵੱਡਾ ਪਾਪੀ ਦੀਵਾਨ ਚੰਦੂ ਪਕੜਿਆ ਗਿਆ ਏ, ਆਪ ਨੇ ਉਸ ਨੂੰ ਐਡੀ ਬਾਧਾ ਦਿੱਤੀ ਹੈ, ਕੁੱਤਿਆਂ ਵਿੱਚ ਬੰਨਿਆ ਹੋਇਆ ਹੈ, ਸੁਣ ਕੇ ਮਾਤਾ ਜੀ ਨੂੰ ਬਹੁਤ ਸੁੱਖ ਹੋਵੇਗਾ ਕਿ ਐਡਾ ਵੱਡਾ ਸੀ ਦੀਵਾਨ ਜਿਹਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ, ਆਪ ਜੀ ਨੇ ਉਸ ਨੂੰ ਪਕੜ ਲਿਆ ਹੈ। ਮਹਾਰਾਜ ਮਾਤਾ ਜੀ ਨੂੰ ਸੁਣ ਕੇ ਬੜੀ ਖੁਸ਼ੀ ਹੋਵੇਗੀ। ਸ਼੍ਰੀ ਹਰਗੋਬਿੰਦ ਸੁਨ ਕਰ ਬਾਣੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਦੀ ਇਹ ਬੇਨਤੀ ਸੁਣ ਕਰਕੇ ਬਿਰਧ ਸਾਹਿਬ ਇਹ ਨੀਕ ਬਖਾਨੀ, ਆਖਿਆ ਬਾਬਾ ਬੁੱਢਾ ਸਾਹਿਬ ਜੀ ਇਹ ਤਾਂ ਤੁਸੀਂ ਬਹੁਤ ਚੰਗੀ ਗੱਲ ਕਹੀ ਹੈ, ਲੇਖ ਕਰ ਪਠੋ ਤੁਰਤ ਹਲਕਾਰਾ, ਤੇ ਲਿਖੋ ਛੇਤੀ ਪੱਤਰਕਾ, ਤੇ ਪੱਤਰਕਾ ਲਿਖ ਕਰਕੇ ਜਿਹੜਾ ਸਿੱਖ ਵੈ ਬੜੀ ਛੇਤੀ ਨਾਲ ਹਲਕਾਰਾ ਜਾਵੇ। ਕਰਹਿ ਕਰਾਹ ਜਾਏ ਦਰਬਾਰਾ, ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਕੀ ਲਿਖਵਾਇਆ ਪੱਤਰਕਾ ਦੇ ਵਿੱਚ ਕਿ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਪਹਿਲੋਂ ਕਰਵਾਉਣੀ ਜਾ ਕਰਕੇ। ਵੇਖੋ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਰਹੇ ਆ, ਤੇ ਸਿੱਖ ਲਈ ਕਿੰਨੀ ਜ਼ਰੂਰੀ ਹੋਊਗੀ, ਸਿੱਖ ਨੂੰ ਕਿੰਨੀ ਭਾਵਨਾ ਰੱਖਣੀ ਚਾਹੀਦੀ ਹੈ। ਜਦੋਂ ਆਪਾਂ ਹਰਿਮੰਦਰ ਸਾਹਿਬ ਜਾਂਦੇ ਆ ਨਾ, ਉਹ ਸਰਦਲ ਜਿਹੜੀ ਦਰਸ਼ਨੀ ਡਿਉੜੀ ਦੀ, ਉੱਥੇ ਜਦੋਂ ਨਹੀਂ ਆਪਾਂ ਨੂੰ ਪਤਾ ਹੁੰਦਾ ਨਾ, ਜਥੇ ਸੰਗਤ ਵਿੱਚ ਤਾਂ ਸਾਧ ਸੰਗਤ ਜੀ ਇਹ ਸਿੱਖਿਆ ਵੱਡਿਆਂ ਸਿੱਖਾਂ ਤੋਂ ਮਿਲਦੀ ਰਹਿੰਦੀ ਹੈ, ਕਿਉਂਕਿ ਉਹ ਜਿਵੇਂ ਜਿਵੇਂ ਕਰਦੇ ਆ ਛੋਟੇ ਤਿਵੇਂ ਤਿਵੇਂ ਵੇਖ ਕੇ ਕਰਦੇ। ਸ਼ੰਕਾ ਕਰਨ ਵਾਲੇ ਕਹਿੰਦੇ ਆ ਜੀ ਵੇਖੋ ਇੱਕੋ ਹੀ ਸਰੋਵਰ ਹੈ, ਤੇ ਕਿਤੇ ਕਹਿੰਦੇ ਆਹ ਫਲ ਮਿਲਦਾ, ਕਿਤੇ ਆਹ ਫਲ ਮਿਲਦਾ, ਜਿੱਥੇ ਮਰਜ਼ੀ ਇਸ਼ਨਾਨ ਕਰੋ। ਠੀਕ ਹੈ ਸਾਧ ਸੰਗਤ ਜੀ, ਪਾਵਨ ਸਰੋਵਰ ਦੀ ਮਹਿਮਾ ਤਾਂ ਕਹੀ ਨਹੀਂ ਜਾ ਸਕਦੀ, ਜਿੱਥੇ ਵੀ ਇਸ਼ਨਾਨ ਕਰੋ ਫਲ ਮਿਲਦਾ ਹੈ। ਮਹਾਰਾਜ ਜੀ ਦੇ ਵਾਕ ਨੇ ਸਰੋਵਰ ਦੇ ਪ੍ਰਤੀ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਪਰ ਮਹਾਰਾਜ ਜੀ ਨੇ ਸਰੋਵਰ ਦੇ ਬਾਹੀਆਂ ਤੇ ਵੀ ਫਲ ਬਖਸ਼ਿਸ਼ ਕੀਤੇ ਹੋਏ। ਦੁਖ ਭੰਜਨੀ ਬੇਰੀ ਸਾਹਿਬ ਦੇ ਥੱਲੇ ਸਾਧ ਸੰਗਤ ਜੀ ਮਹਾਂਪੁਰਖ ਜਦੋਂ ਆਪ ਇਸ਼ਨਾਨ ਕਰਦੇ, ਵੇਖ ਵੇਖ ਕੇ ਉਹ ਰੀਤ ਚੱਲੀ। ਫਿਰ 68 ਘਾਟ ਹੈ, ਬਿਲਕੁਲ ਨਾਲ ਹੀ ਹੈ, ਉੱਥੋਂ ਇਸ਼ਨਾਨ ਕਰਕੇ ਫਿਰ 68 ਘਾਟ ਤੇ ਇਸ਼ਨਾਨ ਕਰਦੇ। ਇਹ ਹਜੂਰ ਦੇ ਕਹੇ ਹੋਏ ਆਪਣੇ ਵਾਕ ਨੇ ਕਿ ਉੱਥੇ 68 ਤੀਰਥਾਂ ਦਾ ਵਾਸ ਹੈ, ਜਿੱਥੇ ਸਾਧ ਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਰਨ ਪਾਏ ਹੈ, ਜਿੱਥੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਚਰਨ ਪਾਏ ਹੈ, ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਚਰਨ ਪਾਏ। ਇਸ ਕਰਕੇ ਸਾਨੂੰ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਤੇ ਯਾਤਰਾ ਦਾ ਬੋਧ ਹੋਣਾ ਚਾਹੀਦਾ ਕਿ ਕਿਵੇਂ ਯਾਤਰਾ ਕਰੀਦੀ ਹੈ। ਉਹ ਸਰਦਲ ਦੇ ਉੱਤੇ ਪੈਰ ਨਹੀਂ ਕਦੇ ਰੱਖੀਦਾ, ਕਿਉਂਕਿ ਉਹ ਸਰਦਲ ਦੇ ਉੱਤੇ ਧਰਮਵੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਾ ਮਸਤਕ ਧਰਦੇ ਰਹੇ ਹੈ। ਉਹ ਸਰਦਲ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਸੀਸ ਹਜੂਰ ਰੱਖਦੇ ਰਹੇ ਹੈ। ਇਸ ਕਰਕੇ ਉਹ ਸਰਦਲ ਨੂੰ ਅਦਬ ਨਾਲ ਨਮਸਕਾਰ ਕਰੀਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਚਿੱਠੀ ਵਿੱਚ ਜੇ ਲਿਖਾਇਆ ਹੈ, ਤੇ ਸਭ ਤੋਂ ਪਹਿਲਾਂ ਆਖਿਆ ਹੈ ਦਰਬਾਰ ਸਾਹਿਬ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਸ਼ੁਕਰਾਨੇ ਵਜੋਂ ਜਿਹੜੀ ਹੈ ਨਾ ਉਹ ਕਰਵਾਉਣਾ ਕਰੋ। ਪੂਰਨ ਸਰਬ ਕਾਮਨਾ ਹੋਈ, ਕਿ ਇਹ ਅਰਦਾਸ ਵਿੱਚ ਇਹ ਬੇਨਤੀ ਕਰੋ, ਗੁਰੂ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੀ ਕਿਰਪਾ ਨਾਲ ਸਾਰੀ ਕਾਮਨਾ ਸਾਡੀ ਇੱਛਾ ਪੂਰੀ ਹੋ ਗਈ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਧਿਆ ਕੇ ਵੱਡਿਆਂ ਸਤਿਗੁਰਾਂ ਨੂੰ ਚੇਤੇ ਕਰਕੇ ਅਰਦਾਸ ਕਰਵਾਓ। ਗਹਿਓ ਮੰਦ ਮਤ ਸ਼ਤਰੂ ਜੋਈ, ਜਿਹੜਾ ਮੰਦੀ ਮਤ ਵਾਲਾ ਦੁਸ਼ਮਣ ਸੀ ਚੰਦੂ, ਉਹ ਪਕੜਿਆ ਗਿਆ ਏ। ਆਇਸ ਪਾਏ ਬ੍ਰਿਧ ਤਤ ਕਾਲਾ, ਮਹਾਰਾਜ ਦੀ ਆਗਿਆ ਪਾ ਕੇ ਬਾਬਾ ਬੁੱਢਾ ਸਾਹਿਬ ਨੇ ਬੜੀ ਛੇਤੀ ਨਾਲ ਲੇਖ ਪੱਤਰੀ ਪਠ ਸ਼ੀਗਰ ਬਿਸਾਲਾ, ਲਿਖਿਆ ਹੈ ਪੱਤਰ ਤੇ ਬੜੀ ਸ਼ੀਘਰਤਾ ਨਾਲ ਬੜੀ ਕਾਹਲੀ ਨਾਲ ਅੰਮ੍ਰਿਤਸਰ ਸਾਹਿਬ ਨੂੰ ਭੇਜਣਾ ਕੀਤਾ। ਸ੍ਰੀ ਅੰਮ੍ਰਿਤਸਰ ਜਬ ਸੁਧ ਆਈ, ਜਦੋਂ ਅੰਮ੍ਰਿਤਸਰ ਸਾਹਿਬ ਇਹ ਖਬਰ ਆਈ ਹੈ, ਸਤਿਗੁਰੂ ਜੀ ਨੇ ਜੋ ਦਿੱਲੀੋਂ ਪਤਰਾਕਾ ਭੇਜੀ ਹੈ, ਸੁਨ ਗੰਗਾ ਨਿਜ ਅੰਗ ਨਾ ਮਾਈ, ਸ਼੍ਰੀ ਮਾਤਾ ਗੰਗਾ ਜੀ ਨੇ ਜਦੋਂ ਸੁਣਿਆ ਤੇ ਸੁਣ ਕੇ ਇੰਨੀ ਖੁਸ਼ੀ ਹੋਈ, ਉਹ ਖੁਸ਼ੀ ਅੰਗਾਂ ਵਿੱਚ ਨਹੀਂ ਸਮਾਉਂਦੀ। ਬਹੁਤ ਮਾਤਾ ਜੀ ਦਾ ਚਿੱਤ ਪ੍ਰਸੰਨ ਹੋਇਆ, ਕਿਉਂਕਿ ਕਦੇ ਮਾਤਾ ਜੀ ਨੇ ਮਸੰਦਾਂ ਦੇ ਕਹੇ ਆਖਿਆ ਸੀ ਕਿ ਤੁਹਾਨੂੰ ਇਹ ਬੋਲ ਨਹੀਂ ਸੀ ਸਾਹਿਬਜ਼ਾਦਾ ਜੀ ਕਹਿਣੇ ਚਾਹੀਦੇ ਕਿ ਉਹ ਤਾਂ ਦੀਵਾਨ ਹੈ ਚੰਦੂ, ਅੱਗੇ ਤੁਹਾਡੇ ਪਿਤਾ ਜੀ ਸ਼ਹੀਦ ਕਰ ਦਿੱਤੇ ਆ ਹਕੂਮਤ ਨੇ, ਤੁਹਾਨੂੰ ਨਹੀਂ ਸੀ ਇਹ ਬੋਲ ਕਹਿਣੇ ਚਾਹੀਦੇ। ਮਾਤਾ ਜੀ ਨੇ ਜਦੋਂ ਇਹ ਬੋਲ ਕਹੇ ਸੀ ਤਾਂ ਸਤਿਗੁਰਾਂ ਕਿਹਾ ਸੀ, ਮਾਤਾ ਜੀ ਗੁਰੂ ਨਾਨਕ ਸਾਹਿਬ ਮਿਹਰ ਕਰਨਗੇ, ਸਮਾਂ ਆਵੇਗਾ ਉਸ ਪਾਪੀ ਦੀ ਨੱਕ ਵਿੱਚ ਨਕੇਲ ਪਾਵਾਂਗੇ। ਮਾਤਾ ਜੀ ਬਹੁਤ ਪ੍ਰਸੰਨ ਹੋਏ। ਸਤਿਗੁਰਾਂ ਦੇ ਕਹੇ ਹੋਏ ਵਾਕ ਜਦੋਂ ਸਫਲੇ ਹੋਏ ਸੁਣ ਕਰਕੇ ਬਹੁਤ ਚਿੱਤ ਵਿੱਚ ਖੁਸ਼ੀ ਹੋਈ ਹੈ। ਬਾਰ ਬਾਰ ਸ੍ਰੀ ਨਾਨਕ ਧਿਆਨ, ਬਾਰ ਬਾਰ ਮਾਤਾ ਗੰਗਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਕਰਦੇ ਆ। ਹਿਰਦੇ ਧਾਰ ਜੋਰਤ ਜੁਗ ਪਾਨ, ਹਿਰਦੇ ਵਿੱਚ ਧਿਆਨ ਕਰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਤੇ ਆਪਣੇ ਦੋਵੇਂ ਹੱਥ ਜੋੜਦੇ ਆ ਸ਼ਰਧਾ ਨਾਲ। ਸਕਲ ਗੁਰਨ ਕੋ ਬੰਧਨ ਧਾਰੀ, ਸਾਰੇ ਸਤਿਗੁਰਾਂ ਜੀ ਦਾ ਨਾਮ ਲੈ ਲੈ ਕੇ ਮਾਤਾ ਗੰਗਾ ਜੀ ਨਮਸਕਾਰ ਕਰਦੇ ਹਨ। ਮਮ ਸੁਤ ਕੇ ਸਦ ਹੀ ਰਖਵਾਰੀ, ਤੇ ਬੇਨਤੀ ਕਰਦੇ ਆ, ਹੈ ਗੁਰੂ ਨਾਨਕ ਸਾਹਿਬ ਜੀ ਮੇਰੇ ਪੁੱਤਰ ਦੇ ਸਦਾ ਹੀ ਰਖਵਾਲੇ ਹੋਇਓ। ਮਾਤਾ ਜੀ ਸ਼ਰਧਾ ਨਾਲ ਇਉਂ ਬੇਨਤੀ ਕਰਦੇ ਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਛੇਵੇਂ ਜਾਮੇ 'ਚ ਵਰਤ ਰਹੇ ਹੈ, ਪਰ ਮਾਤਾ ਜੀ ਦੀ ਇਹ ਸ਼ਰਧਾ ਹੈ ਨਾ, ਬੇਨਤੀ ਕਰਦੇ ਆ, ਧੰਨ ਗੁਰੂ ਨਾਨਕ ਸਾਹਿਬ ਜੀ ਮੇਰੇ ਪੁੱਤਰ ਦੇ ਆਪ ਸਦਾ ਹੀ ਰਖਵਾਲੇ ਹੋਇਓ। ਦੁਰਗ ਕੈਦ ਕੋ ਤਹ ਨਿਕਸਾਏ, ਆਪ ਜੀ ਨੇ ਹੀ ਮਿਹਰ ਕਰਕੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਲਿਆਂਦਾ ਏ। ਗੁਰ ਦਰੋਹੀ ਗਹਿ ਜਸ ਕੋ ਪਾਏ, ਜਿਹੜਾ ਗੁਰੂ ਘਰ ਦਾ ਵੈਰੀ ਸੀ ਉਸ ਨੂੰ ਪਕੜ ਲਿਆ ਏ, ਵੱਡਾ ਜਸ ਪ੍ਰਾਪਤ ਕੀਤਾ ਤੁਹਾਡੀ ਕਿਰਪਾ ਨਾਲ। ਸਪਥ ਕਠਨ ਸਭ ਪੂਰਨ ਭਈ, ਮਾਤਾ ਗੰਗਾ ਜੀ ਸੋਚਦੇ ਐ ਕਿ ਸਾਹਿਬਜ਼ਾਦਾ ਜੀ ਦੀ ਕੀਤੀ ਹੋਈ ਪ੍ਰਤੱਗਿਆ ਬੜੀ ਕਠਨ ਸੀ, ਕਿਉਂਕਿ ਬਾਦਸ਼ਾਹ ਦਾ ਦੀਵਾਨ ਸੀ। ਮਾਤਾ ਜੀ ਕਹਿੰਦੇ ਐ, ਇਹ ਗੁਰੂ ਨਾਨਕ ਸਾਹਿਬ ਜੀ ਸ਼ਬਦ ਤਾਂ ਕਠਨ ਸੀਗੀ, ਪ੍ਰਤੱਗਿਆ ਕੀਤੀ ਹੋਈ ਬੜੀ ਕਠਨ ਸੀ, ਪਰ ਤੁਸੀਂ ਸੁਗਮ ਕਰ ਦਿੱਤੀ। ਆਪ ਕਿਰਪਾ ਕਰਕੇ ਕੀਤੀ ਹੋਈ ਪ੍ਰਤੱਗਿਆ ਨੂੰ ਤੁਸਾਂ ਪੂਰਿਆਂ ਕੀਤਾ ਏ। ਚਿਤ ਚਿੰਤਾ ਅਬ ਸਗਲੀ ਛਈ, ਸਾਰੀ ਚਿੱਤ ਦੀ ਚਿੰਤਾ ਜਿਹੜੀ ਸੀ ਮਾਤਾ ਜੀ ਦੇ ਅੰਦਰ ਉਹ ਨਾਸ਼ ਹੋ ਗਈ। ਬੜ ਉਤਸਾਹੋ ਕੀਨ ਸਭ ਭਾਂਤੀ, ਹਰ ਤਰੀਕੇ ਨਾਲ ਗੁਰੂ ਘਰ ਦੇ ਅੰਦਰ ਬੜਾ ਉਤਸ਼ਾਹ ਹੋਇਆ। ਸ਼੍ਰੀ ਮਾਤਾ ਗੰਗਾ ਜੀ ਨੇ ਆਖਿਆ ਕਿ ਛੋਟੇ ਨਗਾਰੇ ਜਿਹੜੀਆਂ ਨੌਬਤਾਂ ਉਹ ਵਜਾਵੋ, ਇਉਂ ਖੁਸ਼ੀ ਹੋਈ ਗੁਰੂ ਘਰ ਦੇ ਅੰਦਰ। ਸੋਤ ਕੀ ਸੁਧ ਸੁਨ ਸੀਤਲ ਛਾਤੀ, ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਖਬਰ ਸੁਖ ਸਾਂਦ ਦੀ ਸੁਣ ਕਰਕੇ ਮਾਤਾ ਜੀ ਦਾ ਹਿਰਦਾ ਠੰਡਾ ਹੋ ਗਿਆ। ਗਨ ਧਨ ਦੇ ਕਰਾਹ ਕਰਵਾਇਓ, ਬਹੁਤ ਜ਼ਿਆਦਾ ਧਨ ਜਿਹੜਾ ਸੀ ਨਾ ਮਾਤਾ ਜੀ ਨੇ ਤੇ ਸਮੇਂ ਖਰਚ ਕੇ ਰਸਤ ਦੇ ਉੱਤੇ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤੇ ਸਮੇਂ ਕੜਾਹ ਪ੍ਰਸ਼ਾਦ ਕਰਵਾਉਣਾ ਕੀਤਾ। ਸ੍ਰੀ ਹਰਿਮੰਦਰ ਜਾਏ ਵਰਤਾਇਓ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਮਹਾਰਾਜ ਦੇ ਬਚਨ ਕਹਿਣ ਤੋਂ ਬਾਬਾ ਬੁੱਢਾ ਸਾਹਿਬ ਨੇ ਲਿਖਿਆ ਸੀ ਨਾ, ਫਿਰ ਤੇ ਸ੍ਰੀ ਮਾਤਾ ਗੰਗਾ ਜੀ ਨੇ ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਕਰਵਾਈ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਵਾਈਆਂ ਹਨ। ਬਾਰ ਬਾਰ ਬੰਦਨ ਕੋ ਕਰਤੀ, ਬਾਰ ਬਾਰ ਮਾਤਾ ਗੰਗਾ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੱਗੇ ਬੰਦਨਾ ਕਰਦੇ ਐ, ਨਮਸਕਾਰ ਕਰਦੇ ਐ। ਤ੍ਰੀ ਗਨ ਆਨ ਵਧਾਈ ਰਰਤੀ, ਤੇ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਲੋਕ ਨੇ ਉਹਨਾਂ ਦੀਆਂ ਇਸਤਰੀਆਂ, ਸਿੱਖਾਂ ਦੀਆਂ ਧਨਾਡਾਂ ਦੀਆਂ ਇਸਤਰੀਆਂ ਆ ਕੇ ਮਾਤਾ ਗੰਗਾ ਜੀ ਨੂੰ ਬਹੁਤ ਵਧਾਈਆਂ ਦਿੰਦੇ ਐ। ਮੰਗਤ ਜਨ ਸਮੁਦਾਇ ਜੇ ਦੀਨ, ਜਿਹੜੇ ਮੰਗਤੇ ਆਏ ਚੱਲ ਕਰਕੇ ਸਮੁਦਾਇ ਸਭ ਨੂੰ ਮਾਤਾ ਜੀ ਨੇ ਦਾਤਾਂ ਦਿੱਤੀਆਂ ਨੇ। ਜਥਾ ਉਚਿਤ ਸਭ ਕੋ ਧਨ ਦੀਨ, ਜਿਸ ਤਰ੍ਹਾਂ ਯੋਗ ਸੀ ਸਭ ਨੂੰ ਧਨ ਦੇਣਾ ਕੀਤਾ। ਜਬ ਕੇ ਦੁਰਗ ਮਝਾਰ ਪ੍ਰਵੇਸ਼ੇ, ਜਦੋਂ ਤੋਂ ਸਤਿਗੁਰੂ ਜੀ ਗਵਾਲੀਅਰ ਦੇ
ਕਿਲੇ ਦੇ ਅੰਦਰ ਪ੍ਰਵੇਸ਼ ਹੋਏ ਸਨ। ਤਬ ਤੇ ਸੁਧ ਸੁਨ ਚਿੰਤ ਵਿਸ਼ੇਸ਼ੇ। ਉਦੋਂ ਦੀ ਇਹ ਖਬਰ ਸੁਣ ਕੇ ਮਾਤਾ ਜੀ ਨੂੰ ਵਿਸ਼ੇਸ਼ ਕਰਕੇ ਬਾਹਲੀ ਚਿੰਤਾ ਰਹਿੰਦੀ ਸੀ, ਕਿਉਂਕਿ ਕੋਲੋਂ ਕਹਿਣ ਵਾਲੇ ਗੱਲਾਂ ਬੜੀਆਂ ਸੁਣਾਉਂਦੇ ਸੀ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਵੀ ਪਹਿਲੋਂ ਕੈਦ ਹੀ ਕੀਤਾ ਸੀ, ਫਿਰ ਇੰਨੀਆਂ ਸਜ਼ਾਵਾਂ ਦਿੱਤੀਆਂ। ਪਤਾ ਨਹੀਂ ਹੁਣ ਮਹਾਰਾਜ ਜੀ ਨੂੰ ਦਿੱਲੀ ਤੋਂ ਅੱਗੇ ਗਵਾਲੀਅਰ ਵਿੱਚ ਕੈਦ ਪਾ ਲਿਆ ਹਕੂਮਤ ਨੇ, ਖਬਰੇ ਉੱਥੇ ਕੀ ਵਾਅਦਾ ਦਿੰਦੇ ਹੋਣਗੇ। ਸੁਣ ਸੁਣ ਕੇ ਮਾਤਾ ਜੀ ਦਾ ਮਨ ਬੜਾ ਵਹਿੰਦਾ ਤੇ ਬੜਾ ਚਿੰਤਾ ਕਰਦੇ। ਤੇ ਜਦੋਂ ਇਹ ਖੁਸ਼ੀ ਦੀ ਖਬਰ ਆਈ, ਸਾਰੀ ਚਿੰਤਾ ਹੀ ਮਾਤਾ ਜੀ ਦੀ ਹਜੂਰ ਨੇ ਪੱਤਰ ਭੇਜ ਕੇ ਦੂਰ ਕਰ ਦਿੱਤੀ। ਸੋ ਬਿਨਸੀ ਅਤ ਵਧਿਓ ਆਨੰਦ। ਉਹ ਚਿੰਤਾ ਬਿਨਸ ਗਈ, ਹੁਣ ਬਹੁਤ ਆਨੰਦ ਵਧਿਆ। ਸਤਿਗੁਰੂ ਜੀ ਨੇ ਗੁਰੂ ਅਰਜਨ ਸਾਹਿਬ ਨੇ ਵਾਕ ਕਹੇ ਸੀ, ਜਦੋਂ ਮਾਤਾ ਜੀ ਨੇ ਕਿਹਾ ਕਿ ਮਹਾਰਾਜ ਸਾਨੂੰ ਕਿਹਦੇ ਆਸਰੇ ਛੱਡ ਚੱਲੇ ਹੋ। ਹਜੂਰ ਨੇ ਕਿਹਾ ਸੀ ਅਸੀਂ ਹੁਣ ਸ਼ਹੀਦ ਹੋਣਾ ਹੈ, ਲਾਹੌਰ ਜਾਣਾ ਹੈ, ਸਰੀਰ ਕਰਕੇ ਵਾਪਸ ਨਹੀਂ ਆਉਣਾ। ਤੇ ਮਾਤਾ ਗੰਗਾ ਜੀ ਨੇ ਆਖਿਆ ਮਹਾਰਾਜ ਪੁੱਤਰ ਵੀ ਬੜਾ ਛੋਟਾ ਹੈ, ਮਹਾਰਾਜ ਸਾਨੂੰ ਕਿਹਦੇ ਆਸਰੇ ਛੱਡ ਚੱਲੇ ਹੋ। ਤੇ ਸਤਿਗੁਰਾਂ ਜੀ ਨੇ ਆਖਿਆ ਸੀ ਤੁਸੀਂ ਬਹੁਤ ਸੁੱਖ ਭੋਗੋਗੇ, ਤੁਹਾਡੇ ਸਾਹਿਬਜ਼ਾਦੇ ਤੋਂ ਬੜੀ ਵੇਲ ਵਧੇਗੀ। ਸੱਚੇ ਪਾਤਸ਼ਾਹ ਕਹਿੰਦੇ ਵੱਡਾ ਪਰਿਵਾਰ ਹੋਵੇਗਾ, ਬਹੁਤ ਆਨੰਦ ਭੋਗ ਕੇ ਫਿਰ ਜਦੋਂ ਤੁਸੀਂ ਸਰੀਰ ਤਿਆਗੋਗੇ ਗੰਗਾ ਜੀ, ਫਿਰ ਸਾਡੇ ਸਰੀਰ ਵਿੱਚ ਹੀ ਆ ਕੇ ਤੁਸੀਂ ਸਾਡੇ ਸਰੂਪ ਵਿੱਚ ਅਭੇਦ ਹੋ ਜਾਓਗੇ। ਇਹ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ਹੀਦ ਹੋਣ ਤੁਰਨਾ ਸੀ ਨਾ ਲਾਹੌਰ ਨੂੰ, ਉਸ ਰਾਤ ਆਰਾਮ ਕਰਨ ਦੇ ਵਕਤ ਮਾਤਾ ਗੰਗਾ ਜੀ ਨੂੰ ਸਤਿਗੁਰਾਂ ਜੀ ਨੇ ਵਾਕ ਕਹੇ ਸੀ। ਮਾਤਾ ਗੰਗਾ ਜੀ ਚੇਤੇ ਕਰਦੇ ਬਚਨਾਂ ਨੂੰ, ਬਹੁਤ ਮਨ ਦੇ ਅੰਦਰ ਖੁਸ਼ ਹਨ। ਕਰੀ ਲਾਏ ਕੀ ਨੰਦਨ ਚੰਦੂ। ਤੇ ਇਹ ਮਹਾਰਾਜ ਜੀ ਨੇ ਬੜਾ ਜਿਹੜਾ ਹੈ ਨਾ ਯੋਗ ਕਾਰਜ ਕੀਤਾ ਹੈ, ਜਿਹੜਾ ਚੰਦੂ ਨੂੰ ਪਕੜ ਲਿਆ ਏ। ਪਿਤ ਬੈਰੀ ਕੋ ਗਹਿਓ ਬਿਲੰਦ। ਜਿਹੜਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਗੁਰੂ ਅਰਜਨ ਸਾਹਿਬ ਜੀ ਨਾਲ ਵੈਰ ਕਰਦਾ ਸੀ, ਗੁਰੂ ਘਰ ਨਾਲ ਇੰਨਾ ਦਰੋਹ ਕਮਾਇਆ, ਜਿਸ ਨੇ ਮਹਾਰਾਜ ਦੇ ਬਾਬਤ ਕਚਹਿਰੀ ਵਿੱਚ ਚੁਗਲੀਆਂ ਲਾਉਂਦਾ ਰਹਿੰਦਾ ਸੀ, ਅੱਜ ਸਤਿਗੁਰਾਂ ਪਕੜ ਲਿਆ ਏ। ਜਿਸ ਹਿਤ ਚਿਤਵਤ ਜਤਨ ਜੇ ਬ੍ਰਿੰਦ। ਜਿਸ ਵਾਸਤੇ ਆਪਣੇ ਮਨ ਵਿੱਚ ਮਾਤਾ ਜੀ ਵੀ ਚੇਤੇ ਕਰਦੇ ਰਹਿੰਦੇ ਯਤਨ ਕਿ ਕਿਵੇਂ ਪਕੜਨਗੇ ਮਹਾਰਾਜ, ਕਿਵੇਂ ਉਸ ਨੂੰ ਨੱਕ ਵਿੱਚ ਨਕੇਲ ਪਾਉਣਗੇ। ਇਹ ਚੇਤੇ ਕਰਦੇ ਰਹਿੰਦੇ ਸੀ ਕਿ ਬਚਨ ਕਹਿ ਤਾਂ ਦਿੱਤਾ, ਹੁਣ ਜੇ ਗੁਰੂ ਸਾਹਿਬ ਦਾ ਕਿਹਾ ਹੋਇਆ ਬਚਨ ਨਿਸਫਲ ਜਾਵੇ ਤੇ ਸਿੱਖਾਂ ਦੀ ਸ਼ਰਧਾ ਕਿੱਥੇ ਟਿਕੇਗੀ। ਇਉਂ ਕਈ ਵਾਰੀ ਮਨ ਵਿੱਚ ਸੋਚਦੇ, ਪਰ ਗੁਰੂ ਸਾਹਿਬ ਦੇ ਵਾਕ ਅਚੂਕ ਨੇ। ਬ੍ਰਹਮ ਅਸਤਰ ਭਾਵੇਂ ਚੁੱਕ ਜਾਵੇ ਪਰ ਮਹਾਰਾਜ ਦੇ ਬਚਨ ਅਚੂਕ ਨੇ। ਸਤਿਗੁਰੂ ਜੀ ਦੇ ਸਿੱਖ ਦੇ ਬਚਨ ਨਹੀਂ ਕਿਸੇ ਕੋਲੋਂ ਮੋੜੇ ਜਾਂਦੇ, ਤੇ ਮਹਾਰਾਜ ਦਾ ਬਚਨ ਕੌਣ ਮੋੜ ਦੂ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਬਚਨ ਸਤ ਕਰ ਦਿੱਤੇ ਐ। ਇਮ ਉਤਸਾਹ ਸੁਦਾ ਸਰ ਭਏ। ਇਉਂ ਬੜਾ ਉਤਸ਼ਾਹ ਹੋਇਆ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ, ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੜੀਆਂ ਖੁਸ਼ੀਆਂ ਸਿੱਖਾਂ ਨੇ ਕੀਤੀਆਂ। ਸਿੱਖ ਸੰਗਤ ਸਭਨ ਸੁਨ ਲਏ। ਸਾਰੀ ਸਿੱਖ ਸੰਗਤ ਨੇ ਸੁਣ ਲਿਆ ਅੰਮ੍ਰਿਤਸਰ ਸਾਹਿਬ ਦੇ ਅੰਦਰ। ਗੋਇੰਦਵਾਲ ਆਦ ਜੇ ਥਾਨ। ਗੋਇੰਦਵਾਲ ਸਾਹਿਬ ਆਦਿਕ ਜੋ ਵੱਡਿਆਂ ਸਤਿਗੁਰਾਂ ਦੇ ਅਸਥਾਨ ਹਨ, ਜਹ ਕਹਿ ਬਿਥਰੀ ਕਰਤ ਬਖਾਨ। ਜਿੱਥੇ ਕਿਥੇ ਖਬਰ ਫੈਲ ਗਈ ਫਿਰ ਸਾਰੇ ਥਾਵਾਂ ਤੇ ਕਿ ਮਹਾਰਾਜ ਨੇ ਚੰਦੂ ਪਕੜ ਲਿਆ, ਮੁਸ਼ਕਾਂ ਬੰਨ ਲਈਆਂ, ਜੁੱਤੀਆਂ ਦੀ ਮਾਰ ਹੁੰਦੀ ਸਿਰ 'ਚ, ਸਿੱਖਾਂ ਸਵਾਹ ਪਾਈ ਹੈ, ਬੁੱਕ ਭਰ ਭਰ ਕੇ ਖਬਰਾਂ ਫੈਲ ਗਈਆਂ ਸਾਰੇ ਹੀ। ਬੇਦੀ ਤ੍ਰਿਹਨ ਸਕਲ ਹਰ ਖਾਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਵੰਸ਼ਜ, ਗੁਰੂ ਅੰਗਦ ਸਾਹਿਬ ਦੇ ਵੰਸ਼ਜ ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਵੰਸ਼ ਵਿੱਚੋਂ ਸਾਰੇ ਬੜੇ ਖੁਸ਼ ਹੋਏ ਆ। ਸ੍ਰੀ ਹਰਗੋਬਿੰਦ ਕੋ ਜਸ ਗਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜਸ ਗਾਉਂਦੇ ਆ। ਆਪਣੀ ਕਰੀ ਪ੍ਰਤੱਗਿਆ ਪੂਰਨ। ਕਿਉਂਕਿ ਸਭ ਦੇ ਮਨ ਦੇ ਖਿਆਲ ਸੀ ਕਿ ਮਹਾਰਾਜ ਪ੍ਰਤੱਗਿਆ ਤਾਂ ਕਰ ਲਈ ਹੈ, ਪਰ ਕਿਵੇਂ ਪੂਰੀ ਹੋਵੇਗੀ। ਹੁਣ ਸਾਰੇ ਸ਼ਰਧਾ ਨਾਲੇ ਵਾਕ ਕਹਿੰਦੇ ਐ, ਹਜੂਰ ਨੇ ਆਪਣਾ ਕਿਹਾ ਹੋਇਆ ਬਚਨ, ਕੀਤੀ ਹੋਈ ਪ੍ਰਤੱਗਿਆ ਪੂਰੀ ਕਰ ਦਿੱਤੀ ਹੈ। ਪਿਤ ਦਰੋਹੀ ਕੋ ਕੀਨਸ ਚੂਰਨ। ਆਪਣੇ ਪਿਤਾ ਜੀ ਦੇ ਵੈਰੀ ਨੂੰ ਪਕੜ ਕਰਕੇ ਚੰਗੀ ਤਰ੍ਹਾਂ ਉਹਦਾ ਅਪਦਰੋ ਜਿਹੜਾ ਨਾ ਉਹਨੇ ਕੀਤਾ ਸੀ, ਉਹਦੀ ਸਜ਼ਾ ਉਹਨੂੰ ਦਿੱਤੀ ਹੈ। ਦੋਹਰਾ ਅਬ ਸ੍ਰੀ ਹਰਗੋਬਿੰਦ ਕੀ ਕਥਾ ਸੁਨਹੁ ਮਨ ਲਾਏ। ਹੁਣ ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਕਵੀਰਾਜ ਕਹਿੰਦੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਜੀਵਨ ਕਥਾ ਸੁਣੋ ਮਨ ਲਾ ਕਰਕੇ। ਦਿੱਲੀ ਕੀ ਸੰਗਤ ਸਕਲ ਭਈ ਪ੍ਰਾਤ ਇੱਕ ਥਾਏ। ਤੇ ਜਦੋਂ ਮਹਾਰਾਜ ਹੁਣ ਉੱਥੋਂ ਚੱਲਣਾ ਤੇ ਦਿੱਲੀ ਦੀਆਂ ਸਾਰੀਆਂ ਸੰਗਤਾਂ ਇੱਕ ਸਵੇਰ ਇਕੱਠੀਆਂ ਹੋ ਕਰਕੇ ਮਹਾਰਾਜ ਕੋਲ ਆਈਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ ਸੰਗਤਾਂ ਨੂੰ ਕਿਵੇਂ ਖੁਸ਼ੀ ਮਹਾਰਾਜ ਦਿੰਦੇ ਐ।
ਸਤਿਗੁਰੂ ਜੀ ਉੱਥੋਂ ਕਿਵੇਂ ਤੁਰਦੇ ਐ। ਜਹਾਂਗੀਰ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਚੱਲ ਕਰਕੇ ਆਵੇਗਾ। ਇਹ ਕੱਲ ਦੇ ਇਤਿਹਾਸ ਵਿੱਚ ਜਿਵੇਂ ਪ੍ਰਸੰਗ ਆਵੇਗਾ ਆਪਾਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਤਿ ਸ੍ਰੀ ਅਕਾਲ। ਅਬ ਸ੍ਰੀ ਹਰਗੋਬਿੰਦ ਕੀ ਕਥਾ ਸੁਨੋ ਮਨ ਲਾਏ। ਦਿੱਲੀ ਕੀ ਸੰਗਤ ਸਕਲ ਭਈ ਪ੍ਰਾਤ ਇਸ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख भंजन गुण तास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है पी होवन हार। हे संत कै सदा संग निधारा आधार। हे ठाकुर हूँ दास रो निर्गुण गुण नहीं कोए। नानक दीजै नाम दान रखो हियै परोए। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो उतरे पार। जो श्रद्धा कर सेमंदे गुर पार उतारन हार। कथा निता प्रत होत है सुनो सो सिंह सुजान। नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। वाहिगुरु जी का खालसा, वाहिगुरु जी की फतेह।